नानक पद पंकज बंदन पंकज बंदना सिमरो अंगद दुख निकंदना गुरु अमरदास हृदय नित त्याऊं हृदय नित त्याओ श्री गुरु रामदास गुण गाओ गुरु अर्जन विघ्नन के नाशक विघ्नन की नासक श्री हर गोबिंद सुमत पर कासक श्री हर राय नमो कर जोरी नमो कर जोरी श्री हर कृष्ण मनाऊं बहोरी गुरु तेग बहादुर परम कृपाला परम कृपाला श्री गुरु गोबिंद सिंह साला तरो तरा पर पुन पुन सीसा पुन पुन सीसा बंदो बार बार जग जगदीसा एक ओंकार सतगुरु प्रसाद सच हुए वाहिगुरु जी की फतेह है विनाशन सोए वाहिगुरु जी की फतेह है विनाशन सोए दोहरा सवैया सारंग पे कब सारंग पे चढ़ सारंग शस्त्रन को बल सारंग सारंग जो जग में कुल सारंग सारंग ज्ञान प्रकाशन सारंग वाहिगुरु जी का खालसा वाहिगुरु जी की फतेह। आओ गुरु प्यारे गुरु सवारे सतसंगी जनो ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਕਥਾ ਦੇ ਅਖੀਰਲੇ ਸਮੇਂ ਵਿੱਚ ਜਾ ਕਰਕੇ ਜਦੋਂ ਇਹ ਕਥਾ ਸੰਪੂਰਨ ਹੋ ਚੁੱਕੀ ਹੈ, 10ਵੇਂ ਪਾਤਸ਼ਾਹ ਜੀ ਦਾ ਇਤਿਹਾਸ ਮਾਤਾ ਸੁੰਦਰ ਕੌਰ ਜੀ ਦੇ ਸਰੀਰ ਤਿਆਗ ਦੇਣ ਤੋਂ ਬਾਅਦ ਭਾਈ ਸਾਹਿਬ ਜੀ ਨੇ ਮੰਗਲਾਚਰਨ ਆਰੰਭ ਕੀਤੇ। ਔਰ ਪਿਛਲੇ ਦਿਨੀ ਆਪਾਂ ਸਤਿਗੁਰੂ ਅਰਜਨ ਦੇਵ ਜੀ ਦੀ ਸਿਫਤ ਦੇ ਵਿੱਚ ਮੰਗਲਾਚਰਨ ਸਰਵਣ ਕੀਤੇ ਸੀ। ਅੱਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਥਾਏ ਭਾਈ ਸਾਹਿਬ ਮੰਗਲਾਚਰਨ ਕਰਦੇ ਹਨ। ਇੱਕ ਸ਼ਬਦ ਲਿਆ ਭਾਈ ਸਾਹਿਬ ਨੇ ਸਾਰੰਗ, ਤੇ ਸਾਰੰਗ ਸ਼ਬਦ ਦੇ ਬੇਅੰਤ ਅਰਥ ਕੱਢ ਕੇ ਭਾਈ ਸਾਹਿਬ ਜੀ ਨੇ ਇਹ ਸਵਈਆ ਰਚਨਾ ਕੀਤਾ। ਆਓ ਇਸ ਕਥਾ ਨੂੰ ਅੱਗੇ ਆਰੰਭ ਕਰਕੇ ਸਰਵਣ ਕਰੀਏ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਈਆ ਸਾਰੰਗ ਪੀ ਕਬ ਸਾਰੰਗ ਪੈ ਚੜ ਸਾਰੰਗ ਸ਼ਸਤਰਨ ਕੋ ਬਦ ਸਾਰੰਗ। ਹੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਤੁਸੀਂ ਕਦੇ ਹਾਥੀ 'ਤੇ ਸਵਾਰ ਹੁੰਦੇ ਹੋ, ਕਦੇ ਘੋੜੇ ਉੱਪਰ ਸਵਾਰ ਹੋ ਕੇ ਹਰ ਹਾਲਤ ਵਿੱਚ ਹਿਰਨਾ ਰੂਪੀ ਵੈਰੀਆਂ ਵਾਸਤੇ ਤੁਸੀਂ ਸ਼ੇਰ ਵਰਗੇ ਬਲਵਾਨ ਹੋ। ਸਾਰੰਗ ਜੋ ਜਗ ਮੈਂ ਕੁਲ ਸਾਰੰਗ ਸਾਰੰਗ ਗਿਆਨ ਪ੍ਰਕਾਸ਼ਨ ਸਾਰੰਗ। ਹੇ ਮਹਾਰਾਜ, ਤੁਸੀਂ ਸੰਸਾਰ ਦੇ ਵਿੱਚ ਮਿੱਤਰਾਂ ਵਾਸਤੇ ਜਿਵੇਂ ਕਮਲ ਦੇ ਫੁੱਲ ਦੇ ਲਈ ਸੂਰਜ ਹੁੰਦਾ, ਜਿਵੇਂ ਕਮਲ ਸੂਰਜ ਦੇ ਫੁੱਲ ਨੂੰ ਦੇਖ ਕੇ ਖਿੜ ਜਾਂਦਾ ਹੈ, ਇਸੇ ਤਰ੍ਹਾਂ ਤੁਹਾਡੇ ਅਨੰਨ ਪਿਆਰੇ ਸਿੱਖ ਅਨੰਨ ਪਿਆਰੇ ਮਿੱਤਰ ਤੁਹਾਨੂੰ ਦੇਖ ਕੇ ਖਿੜ ਜਾਂਦੇ ਹਨ। ਤੁਸੀਂ ਉਹਨਾਂ ਦੇ ਲਈ ਸੂਰਜ ਦੀ ਨਿਆਈ ਹੋ ਔਰ ਸਾਰੰਗ ਗਿਆਨ ਪ੍ਰਕਾਸ਼ਨ ਸਾਰੰਗ ਔਰ ਸਿੱਖਾਂ ਸੇਵਕਾਂ ਦੇ ਲਈ ਤੁਸੀਂ ਗਿਆਨ ਦੇ ਦਾਤੇ ਵੀ ਹੋ, ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਹੋ। ਸਾਰੰਗ
दासन को प्रसारंग सारंग दोषन को समसारंग। ਔਰ ਦਾਸਾਂ ਦੇ ਤੁਸੀਂ ਪਿਆਰੇ ਹੋ, ਸੇਵਕਾਂ ਲਈ ਇਸ ਪ੍ਰਕਾਰ ਪਿਆਰੇ ਹਨ ਜਿਵੇਂ ਚਾਤ੍ਰਿਕ ਲਈ ਬੱਦਲ। ਪਪੀਹੇ ਨੂੰ ਵੀ ਸਾਰੰਗ ਕਹਿੰਦੇ ਹੈ। ਕਿਰਪਾ ਜਲ ਦੇਹ ਨਾਨਕ ਸਾਰੰਗ ਕੋ ਹੋਏ ਜਾਤੇ ਤੇਰਾ ਨਾਏ ਵਾਸਾ। ਇੱਥੇ ਸਾਰੰਗ ਅਰਥ ਪਪੀਹੇ ਦਾ ਹੈ। ਜਿਸ ਤਰ੍ਹਾਂ ਪਪੀਹਾ ਬੰਦਲਾਂ ਦੇ ਵਿੱਚੋਂ ਸਵਾਂਤੀ ਬੂੰਦ ਚਾਹੁੰਦਾ ਹੈ, ਇਸੇ ਤਰ੍ਹਾਂ ਜਿਹੜੇ ਤੇਰੇ ਸੇਵਕ ਸਿੱਖ ਦਾਸ ਹਨ, ਤੂੰ ਉਹਨਾਂ ਨੂੰ ਬੜਾ ਪਿਆਰ ਕਰਨ ਵਾਲਾ ਹੈ। ਉਹਨਾਂ ਨੂੰ ਨਾਮ ਦੀ ਸਵਾਂਤੀ ਬੂੰਦ ਦੇ ਕੇ ਤਾਰਦਾ ਹੈ। ਔਰ ਪਾਪਾਂ ਦੇ ਲਈ ਤੂੰ ਜਿਹੜੀ ਜੰਗਲ ਨੂੰ ਲੱਗੀ ਅੱਗ ਵਰਗਾ ਵੀ ਹੈ। ਸਾਡੇ ਜਿਹੜੇ ਕਰਮ ਹਨ ਮਾੜੇ, ਉਹਨਾਂ ਨੂੰ ਤੂੰ ਖਤਮ ਕਰਨ ਵਾਸਤੇ ਜਿਹੜੀ ਜੰਗਲ ਦੀ ਅੱਗ ਲੱਗਦੀ ਹੈ ਨਾ, ਉਹ ਬਾਂਸ ਦੇ ਜੰਗਲ ਨੂੰ ਅੱਗ ਲੱਗਦੀ ਹੈ। ਜਦੋਂ ਬਾਂਸਾਂ ਦੇ ਵਿੱਚ ਇਹ ਔਗਣ ਹੈ, ਜਦੋਂ ਗੁਰੂ ਪਿਆਰਿਓ ਬਹੁਤ ਹਨੇਰੀ ਹਵਾ ਚੱਲਦੀ ਰਹਿੰਦੀ ਹੈ ਅਤੇ ਬਾਂਸ ਜਿਹੜੇ ਆਪਸ ਵਿੱਚ ਘਸੜ ਖਾਂਦੇ ਰਹਿੰਦੇ ਹੈ। ਕਈ ਵਾਰੀ ਇੰਨੀ ਘਸੜ ਤੇਜ਼ ਹੋ ਜਾਂਦੀ ਹੈ ਕਿ ਉਹਨਾਂ 'ਚੋਂ ਅੱਗ ਨਿਕਲ ਆਉਂਦੀ ਹੈ, ਅਤੇ ਅੱਗ ਨਿਕਲਦਿਆਂ ਹੀ ਸਾਰੇ ਬਾਂਸ ਸੜ ਜਾਂਦੇ ਹਨ, ਜੰਗਲ ਸੜ ਜਾਂਦਾ ਹੈ। ਅਤੇ ਮਹਾਰਾਜ ਤੁਸੀਂ ਜਿਹੜੇ ਸਾਡੇ ਔਗਣ ਹਨ, ਉਹਨਾਂ ਨੂੰ ਇਉਂ ਸਾੜ ਦਿੰਦੇ ਹੋ ਜਿਵੇਂ ਬਾਂਸਾਂ ਨੂੰ ਅਗਨੀ ਸਾੜ ਦਿੰਦੀ ਹੈ। ਪਾਪਾਂ ਦਾ ਖਾਤਮਾ ਕਰਦੇ ਹੋ। ਸਾਰੰਗ ਪਾਨ ਪਿਓ ਨਰ ਸਾਰੰਗ ਸਾਰੰਗ ਸ਼੍ਰੀ ਹਰਿ ਗੋਬਿੰਦ ਸਾਰੰਗ। ਹੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਤੁਹਾਡੇ ਹੱਥਾਂ ਦੇ ਵਿੱਚ ਸਾਰੰਗ ਜੋ ਧਨੁੱਖ ਬਾਣ ਫੜਿਆ ਹੈ, ਜਿਹੜਾ ਤੁਹਾਡੇ ਹੱਥਾਂ ਵਿੱਚ ਸਾਰੰਗ, ਇੱਥੇ ਧਨੁੱਖ ਬਾਣ ਨੂੰ ਵੀ ਕਿਹਾ ਹੈ, ਜਿਹੜਾ ਹੱਥਾਂ ਦੇ ਵਿੱਚ ਤੁਸੀਂ ਧਨੁੱਖ ਬਾਣ ਫੜਿਆ, ਤੁਸੀਂ ਈਸ਼ਵਰ ਹੀ ਮਨੁੱਖੀ ਰੂਪ ਧਾਰ ਕੇ ਧਨੁਸ਼ ਧਾਰੀ ਹੋ ਰਹੇ ਹੋ। ਅਤੇ ਇਹ ਧਨੁਸ਼ ਲੈ ਕੇ ਤੁਸੀਂ ਦੁਸ਼ਮਣਾਂ ਦੇ ਲਈ ਇਉਂ ਸੱਪ ਜਿਵੇਂ ਸੱਪ ਦੇ ਲਈ ਗਰੜ ਪੰਛੀ ਹੁੰਦਾ। ਭਾਵ ਤੇਰੇ ਜਿਹੜੇ ਤੀਰ ਹਨ, ਉਹ ਦੁਸ਼ਮਣਾਂ ਨੂੰ ਇਉਂ ਮਾਰ ਲੈਂਦੇ ਹਨ ਜਿਵੇਂ ਗਰੜ ਪੰਛੀ ਜਿਹੜਾ ਉਹ ਸੱਪ ਨੂੰ ਮਾਰ ਲੈਂਦਾ। ਹੇ ਹਰਗੋਬਿੰਦ ਸਾਹਿਬ ਮਹਾਰਾਜ, ਤੁਸੀਂ ਖੁਦ ਪਰਮੇਸ਼ਰ ਹੋ, ਪਰ ਦੁਨੀਆ ਵਿੱਚ ਧਨੁੱਖ ਧਾਰੀ ਹੋ ਕੇ ਵਿਚਰ ਰਹੇ ਹੋ। ਕਿਰਪਾ ਕਰੋ, ਜਿਹੜਾ ਤੁਹਾਡਾ ਇਲਾਹੀ ਰੰਗ ਹੈ, ਇਲਾਹੀ ਜੋਤ ਹੈ, ਮੈਨੂੰ ਵੀ ਉਹਦੇ ਵਿੱਚ ਮਿਲਾ ਲਓ। ਸੰਤੋਖ ਸਿੰਘ ਕਵੀ ਇਉਂ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਸਿਫਤ ਕਰਕੇ ਅਖੀਰ 'ਤੇ ਬੇਨਤੀ ਕਰਦਾ ਹੈ ਕਿ ਤੇਰਾ ਨਾਮ ਦਾ ਰੰਗ ਸਾਨੂੰ ਵੀ ਦੇ ਦਿਓ। ਅੱਗੇ ਸਤਵੇਂ ਪਾਤਸ਼ਾਹ ਜੀ ਦੀ ਸਿਫਤ ਕਿਵੇਂ ਕਰਦੇ ਹਨ? ਭਵ ਪਾਵਕ ਸਿਧ ਗਾਦ ਜਿਨ੍ਹੋ ਸ਼ਰਨਾ ਸਰਨਾ ਤਰਨਾ ਤਰਨਾ। ਔਰ ਸਤਵੇਂ ਪਾਤਸ਼ਾਹ ਸਤਿਗੁਰੂ ਹਰਿ ਰਾਏ ਸਾਹਿਬ ਜੀ ਦੀ ਸਿਫਤ ਕਰਦੇ ਹੋਏ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਮੰਗਲਾਚਰਨ ਕਰਦੇ ਹਨ ਕਿ ਮਹਾਰਾਜ, ਇਹ ਸੰਸਾਰ ਇੱਕ ਭਵ ਸਾਗਰ ਹੈ, ਔਰ ਸਾਗਰ ਤਾਂ ਪਾਣੀ ਦਾ ਹੁੰਦਾ ਹੈ, ਪਰ ਇਹ ਤਾਂ ਅੱਗ ਦਾ ਸਾਗਰ ਹੈ। ਅਜੇ ਪਾਣੀ ਸਾੜਦਾ ਤਾਂ ਨਹੀਂ, ਪਰ ਇਸ ਸੰਸਾਰ ਵਿੱਚ ਜੀਵ ਸੜ ਰਹੇ ਹੈ, ਜਲ ਬਲ ਰਹੇ ਹੈ। ਬਾਬਾ ਦੇਖੈ ਧਿਆਨ ਧਰ ਜਲਤੀ ਸਾ ਪ੍ਰਿਥਵੀ ਦਿਸ ਆਈ, ਚੱਲਿਆ ਸੋਧਣ ਧਰਤ ਲੁਕਾਈ, ਸਿੱਧ ਆਖਰ ਸਭ ਜਗਤ ਦੇ, ਧਨ ਨਾਨਕ ਤੇਰੀ ਵੱਡੀ ਕਮਾਈ। ਤੋ ਇਹ ਦੁਨੀਆ ਸੜ ਵੱਲ ਰਹੀ ਹੈ। ਪਿੱਛੇ ਹਰਗੋਬਿੰਦ ਸਾਹਿਬ ਮੈਂ ਸਿਫਤ ਕਰਦੇ ਹੋਏ ਲਿਖ ਰਹੇ ਹਨ, ਤੁਸੀਂ ਮਿੱਤਰਾਂ ਦੇ ਲਈ ਮਿੱਤਰਾਂ ਵਰਗੇ ਹੋ। ਜਿਸ ਤਰ੍ਹਾਂ ਕ੍ਰਿਸ਼ਨ ਸੁਦਾਮੇ ਦੀ ਦੋਸਤੀ ਆ, ਐਸੀ ਸਤਿਗੁਰਾਂ ਨੇ ਸਾਈਂ ਮੀਆਂ ਮੀਰ ਦੇ ਨਾਲ ਪਿਆਰ ਕੀਤਾ। ਕੋ ਸਤਨਾਮ। ਔਰ ਸਾਈਂ ਮੀਆਂ ਮੀਰ ਨੇ ਵੀ ਗੁਰੂ ਸਾਹਿਬ ਨਾਲ ਇੰਨਾ ਪਿਆਰ ਕੀਤਾ ਕਿ ਇੱਕ ਦਿਨ ਸਤਿਗੁਰਾਂ ਨੂੰ ਆਪਣੇ ਅਸਥਾਨ 'ਤੇ ਡੇਰੇ 'ਤੇ ਲਿਜਾ ਕਰਕੇ ਆਪਣੇ ਸਿੰਘਾਸਨ 'ਤੇ ਆਪਣੇ ਆਸਣ 'ਤੇ ਬਿਰਾਜਮਾਨ ਕਰਦੇ ਆ। ਜੇ ਸਤਿਗੁਰੂ ਵੀ ਓਨਾ ਹੀ ਪਿਆਰ ਕਰਦੇ ਆਪਣੇ ਮਿੱਤਰਾਂ ਨੂੰ, ਆਪਣੇ ਪਿਆਰਿਆਂ ਨੂੰ, ਆਪਣੇ ਸਿੱਖਾਂ ਸੇਵਕਾਂ ਨੂੰ। ਅਤੇ ਗੁਰੂ ਪਿਆਰਿਓ, ਜਿਸ ਵੇਲੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦੇ ਹੈ, ਜਦੋਂ ਸਾਈਂ ਮੀਆਂ ਮੀਰ ਸਤਿਗੁਰਾਂ ਨੂੰ ਲਿਜਾ ਕੇ ਆਪਣੀ ਆਸਣ 'ਤੇ ਬਿਠਾ ਦਿੰਦਾ ਅਤੇ ਕਿਸੇ ਚੁਗਲਖੋਰ ਮੁਸਲਮਾਨ ਨੇ ਸ਼ਾਹਜਹਾਂ ਕੋਲੇ ਚੁਗਲੀ ਕਰਤੀ। ਬਈ ਦੇਖੋ, ਆਪਣਾ ਮੰਨਿਆ ਪਰਮੰਨਿਆ ਪੀਰ ਹੈ ਸ਼ਾਹਜਹਾਂ, ਆਪਣਾ ਸਾਈਂ ਮੀਆਂ ਮੀਰ, ਅਤੇ ਅੱਜ ਉਸ ਨੇ ਕਾਫਰਾਂ ਦੇ ਗੁਰੂ, ਸਿੱਖਾਂ ਦੇ ਗੁਰੂ ਹਰਗੋਬਿੰਦ ਸਾਹਿਬ ਨੂੰ ਆਪਣੇ ਆਸਣ 'ਤੇ, ਆਪਣੇ ਤਕੀਏ 'ਤੇ,
ਆਪਣੇ ਪਲੰਗ ਤੇ ਬਿਠਾਇਆ ਹੈ। ਸ਼ਾਹਜਹਾਂ ਨੇ ਗੁੱਸਾ ਕੀਤਾ ਤੇ ਸ਼ਾਹਜਹਾਂ ਆ ਕੇ ਇੱਕ ਦਿਨ ਪੁੱਛਦਾ ਉਹਦੇ ਡੇਰੇ 'ਚ ਆ ਕੇ, ਕਹਿਣ ਲੱਗਿਆ, ਪੀਰ ਜੀ ਮੈਨੂੰ ਪਤਾ ਲੱਗਿਆ ਹੈ ਤੁਸੀਂ ਕਾਫਰਾਂ ਦੇ ਪੀਰ ਭਾਵ ਸਿੱਖਾਂ ਨੂੰ ਕਾਫਰ ਕਹਿੰਦੇ ਨੇ, ਉਹ ਸਾਨੂੰ ਕਾਫਰ ਕਹਿੰਦੇ ਆ, ਤਾਂ ਕਹਿੰਦੇ ਤੁਸੀਂ ਕਾਫਰਾਂ ਦੇ ਪੀਰ ਹਰਗੋਬਿੰਦ ਸਾਹਿਬ ਨੂੰ ਆਪਣੇ ਆਸਣ 'ਤੇ ਬਿਠਾਇਆ, ਪਤਾ ਲੱਗਿਆ ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ, ਤੁਸੀਂ ਉਹਨਾਂ ਨੂੰ ਆਪਣੇ ਤੋਂ ਵੱਡਾ ਬਣਾ ਦਿੱਤਾ, ਇਹਦਾ ਮਤਲਬ। ਤਾਂ ਸਾਈਂ ਮੀਆਂ ਮੀਰ ਜੀ ਕਹਿੰਦੇ ਉਹ ਹੈ ਹੀ ਵੱਡੇ, ਇਹ 'ਚ ਕੋਈ ਸ਼ੱਕ ਨਹੀਂ ਹੈ। ਤਾਂ ਜਿਨ੍ਹਾਂ ਨੇ ਉਹਨਾਂ ਨੂੰ ਵੇਖਿਆ ਉਹੀ ਜਾਣਦੇ ਆ। ਜਿਸ ਵੇਲੇ ਅਸੀਂ ਸਜਦੇ ਵੀ ਜਾਂਦੇ ਹਾਂ, ਭਾਵ ਜਦੋਂ ਸਿਮਰਨ ਕਰਦੇ ਹੋਏ ਅਸੀਂ ਸੁਰਤ ਜੋੜਦੇ ਹਾਂ ਪਰਮੇਸ਼ਰ ਨਾਲ, ਅੱਲਾਹ ਪਾਕ ਨਾਲ, ਅਤੇ ਜਦ ਅੱਲਾਹ ਪਾਕ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ ਅਤੇ ਦਰਸ਼ਨਾਂ ਦੇ ਵਿੱਚ ਸਾਨੂੰ ਇਹਨਾਂ ਹਰਗੋਬਿੰਦ ਸਾਹਿਬ ਦੇ ਦਰਸ਼ਨ ਹੀ ਹੁੰਦੇ ਆ। ਸੱਚਖੰਡ ਵਿੱਚ ਦਰਗਾਹ ਵਿੱਚ ਸਾਨੂੰ ਇਹੋ ਬੈਠੇ ਦਿਖਾਈ ਦਿੰਦੇ ਹੈ। ਸਾਨੂੰ ਪਤਾ ਲੱਗ ਗਿਆ ਅਸੀਂ ਇਸੇ ਕਰਕੇ ਉਹਨਾਂ ਦਾ ਸਤਿਕਾਰ ਕਰਦੇ ਹਾਂ, ਕਿਉਂਕਿ ਉਹ ਖੁਦ ਪਰਮੇਸ਼ਰ ਹੈ, ਅੱਲਾਹ ਹਨ। ਅਤੇ ਇਸੇ ਤਰ੍ਹਾਂ ਹੀ ਅੱਗੇ ਭਾਈ ਸਾਹਿਬ ਜੀ ਗੁਰੂ ਹਰਿ ਸਾਹਿਬ ਮਹਾਰਾਜ ਜੀ ਦੇ ਪਰਥਾਏ ਦੱਸਦੇ ਹਨ। ਭਾਵ ਪਾਵਕ ਸਿਧ ਅਗਾਧ ਜਿਨੋ ਸ਼ਰਨਾ ਸਰਨਾ ਤਰਨਾ ਤਰਨਾ। ਇਹ ਸਤਿਗੁਰੂ ਹਰਿ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਤੁਹਾਡੇ ਚਰਨਾਂ ਦੀ ਸ਼ਰਨ ਲੈ ਲਈ ਹੈ, ਉਹਨਾਂ ਨੇ ਸੰਸਾਰ ਦੇ ਸਮੁੰਦਰ 'ਚੋਂ ਪਾਰ ਹੋ ਹੀ ਜਾਣਾ ਹੈ, ਉਹ ਤਰ ਜਾਂਦੇ ਹਨ। ਅਤੇ ਜਿਨ੍ਹਾਂ ਨੂੰ ਹਲੇ ਤੁਹਾਡੇ ਸ਼ਰਨ ਲੈਣ ਦੀ ਜਾਚ ਨਹੀਂ ਆਈ, ਉਹਨਾਂ ਦੀ ਗੱਲ ਅੱਗੇ ਕਰਦੇ ਆ। ਜਿਨ੍ਹਾਂ ਨੇ ਸ਼ਰਨ ਲੈ ਲਈ ਸੰਸਾਰ ਸਮੁੰਦਰ 'ਚੋਂ, ਜਿਹੜਾ ਕਿ ਅੱਗ ਦਾ ਹੈ, ਅਤੇ ਅੱਗ ਦਾ ਮਤਲਬ ਇੱਕ ਤਾਂ ਅੱਗ ਦਾ ਭਾਂਬੜ ਸਾਡੀ ਭੱਠੀ ਦੇ ਵਿੱਚ ਮੱਚ ਰਿਹਾ, ਪਰ ਇੱਥੇ ਅੱਗ ਹੈ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਈਰਖਾ, ਦੁਈ, ਦਵੈਤ, ਨਿੰਦਾ, ਚੁਗਲੀ, ਸਾੜਾ ਆਦਿ, ਇਹ ਸਾਰੀਆਂ ਅੱਗਾਂ ਹਨ। ਅਤੇ ਜਿਹੜਾ ਜੀਵ ਇਹਨਾਂ ਔਗਣਾਂ ਨੂੰ ਗ੍ਰਹਿਣ ਕਰਦਾ ਹੈ ਉਹ ਸੜਦਾ ਹੀ ਸੜਦਾ ਹੈ। ਤਾਂ ਮੇਰੇ ਪ੍ਰੀਤਮ ਜੀ ਕਹਿੰਦੇ ਹਨ, ਭਾਈ ਸੰਤੋਖ ਸਿੰਘ ਜੀ ਕਵੀ, ਹੇ ਸਤਿਗੁਰੂ ਤੁਸੀਂ ਸੰਸਾਰ ਦੇ ਜੀਵਾਂ ਨੂੰ ਇਸ ਅੱਗ ਦੇ ਭਵਸਾਗਰ 'ਚੋਂ ਕੱਢਣ ਵਾਲੇ ਹੋ। ਜਿਨ੍ਹਾਂ ਨੇ ਤੁਹਾਡੀ ਸ਼ਰਨ ਲੈ ਲਈ ਉਹ ਜ਼ਰੂਰ ਤਰਦੇ ਹਨ। ਪਰ ਅਸ਼ਟਵਰਜ ਹਿਰ ਰਿਦੇ ਰਜਰਨਾ ਨਿਜ ਓਨ ਮਹਾ ਜਰਨਾ ਜਰਨਾ। ਤੇ ਜਿਨ੍ਹਾਂ ਨੇ ਹਜੇ ਵੀ ਐਸ਼ੋ ਇਸ਼ਰਤ ਨੂੰ ਰੱਖਿਆ ਹੋਇਆ ਆਪਣੇ ਕੋਲ ਵੀ ਅਸੀਂ ਐਸ਼ ਕਰੀਏ, ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਾਛੀਵਾੜੇ ਦੇ ਖੂਹ 'ਤੇ ਬੈਠੇ ਇਹੀ ਗੱਲ ਕਰਦੇ ਆ, ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ। ਯਾੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ ਅਖੀਰ ਤੇ ਕਹਿੰਦੇ। ਪਰ ਵਿਚਾਲੇ ਉਹਨਾਂ ਦੀ ਗੱਲ ਵੀ ਕਰਦੇ ਆ ਜਿਹੜੇ ਕੇਵਲ ਐਸ਼ੋ ਇਸ਼ਰਤ ਪਿਆਲਿਆਂ ਵਿੱਚ ਸੁਰਾਹੀਆਂ ਵਿੱਚ ਪਾ ਕੇ ਸ਼ਰਾਬਾਂ ਪੀਂਦੇ ਆ, ਮਾਸ ਖਾਂਦੇ ਆ, ਜਿਨ੍ਹਾਂ ਦੇ ਰੱਬ ਯਾਦ ਨਹੀਂ ਹੈ। ਕਹੋ ਸਤਿਨਾਮ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਹੇ ਪਰਮੇਸ਼ਰ ਤੇਰੀ ਯਾਦ ਤੋਂ ਬਗੈਰ ਤਾਂ ਸਾਨੂੰ ਜਿਹੜੀਆਂ ਆ ਸਿਆਲ ਸੀ ਨਾ, ਉਦੋਂ ਪੋਹ ਦਾ ਮਹੀਨਾ ਸੀਗਾ ਉਹਨਾਂ ਦਿਨਾਂ 'ਚ, ਜਦੋਂ ਪਾਤਸ਼ਾਹ ਮਾਛੀਵਾੜੇ ਦੇ ਖੂਹ 'ਤੇ ਆ, ਪੋਹ ਦਾ ਮਹੀਨਾ ਅਤੇ ਰਜਾਈਆਂ ਪੋਹ ਦੇ ਵਿੱਚ ਵਰਦੇ ਆ। ਕਹਿੰਦੇ ਇਹ ਸੰਸਾਰ ਜਿਹੜਾ ਹੈ ਤੇਰੀਆਂ ਬਖਸ਼ੀਆਂ ਸਹੂਲਤਾਂ ਲੈ ਕੇ ਵੀ ਜੇ ਤੈਨੂੰ ਯਾਦ ਨਹੀਂ ਕਰਦਾ, ਇਹੀ ਸਹੂਲਤਾਂ ਇਹੀ ਰਜਾਈਆਂ ਉਹਨਾਂ ਵਾਸਤੇ ਸੱਪਾਂ ਦੇ ਡੰਗਾਂ ਵਰਗੀਆਂ। ਕਹੋ ਸਤਿਨਾਮ। ਸੱਪ ਡੰਗ ਮਾਰਦੇ ਆ ਉਹਨਾਂ ਨੂੰ ਜਿਹੜੇ ਰੱਬ ਦਾ ਨਾਮ ਨਹੀਂ ਜਪਦੇ, ਪਰ ਉਹਦੀਆਂ ਦਿੱਤੀਆਂ ਦਾਤਾਂ ਵਰਤਦੇ ਆ। ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣੈ ਨਾਹੀ ਮਰਨ ਵਿਚਾਰਾ। ਜਿਨ੍ਹਾਂ ਦੇ ਮੌਤ ਯਾਦ ਨਹੀਂ, ਜਿਨ੍ਹਾਂ ਦੇ ਰੱਬ ਯਾਦ ਨਹੀਂ, ਮਾਲਕਾ ਤੈਨੂੰ ਵਿਸਾਰ ਕੇ ਉਹ ਇਉਂ ਦੁਖੀ ਹੋਣਗੇ। ਕਿਵੇਂ? ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ। ਜਿਵੇਂ ਸੋਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ। ਜਿਸ ਤਰ੍ਹਾਂ ਕਸਾਈ ਜਿਹੜੇ ਹਨ ਬੱਕਰੇ ਨੂੰ ਪਹਿਲਾਂ ਜਦੋਂ ਮਾਰਦੇ ਸੀ ਨਾ, ਤੁਸੀਂ ਕਿਤੇ ਜੰਗਲੀ ਲੋਕਾਂ ਦੀ ਫਿਲਮਾਂ ਵੀ ਬਣਾਈਆਂ ਪੁਰਾਣੇ ਸਮਿਆਂ ਦੀਆਂ ਲੋਕਾਂ ਨੇ, ਉਹ ਮਾਸ ਹੀ ਖਾਂਦੇ ਜੰਗਲੀ ਲੋਕ। ਮਨੁੱਖ ਜਿਹੜਾ ਉਦੋਂ ਮਾਸ ਖਾਂਦਾ ਸੀਗਾ, ਇਹੀ ਉਹਦੀ ਖੁਰਾਕ ਸੀਗੀ। ਅਤੇ ਗੁਰੂ ਪਿਆਰੋ ਜਦੋਂ ਸ਼ਿਕਾਰ ਕਰਦਾ ਸੀ ਜਾਨਵਰਾਂ ਦਾ, ਉਹਨੂੰ ਇਹ ਨਹੀਂ ਪਤਾ ਸੀ ਕਿਵੇਂ ਮਾਰਨਾ। ਉਹਨਾਂ ਨੇ ਜਾਂ ਤਾਂ ਹੱਡੀਆਂ ਲੈ ਲੈਣੀਆਂ ਵੱਡੀਆਂ, ਪਿੰਜਰਾਂ ਨਾਲੋਂ ਤੋੜ ਲੈਣੀਆਂ, ਅਤੇ ਜਾਂ ਗੁਰੂ ਪਿਆਰੋ ਲੱਕੜ ਨੂੰ ਤਿੱਖੀ ਕਰ ਲੈਣਾ ਮੂਹਰੋਂ ਘੜ ਕੇ ਉਹਨਾਂ ਨੇ, ਅਤੇ ਕਿਸੇ ਜਾਨਵਰ ਦੇ ਮਗਰ ਪੈ ਜਾਣਾ, ਅਤੇ ਫਿਰ ਉਸ ਦੇ ਵੱਖੀਆਂ ਦੇ ਵਿੱਚ ਧੌਣ ਦੇ ਵਿੱਚ ਉਹ ਤਿੱਖੇ ਡੰਡੇ ਖਭੋਦੇ ਨੇ, ਉਹ ਤੜਫ ਤੜਫ ਕੇ ਮਰ ਜਾਂਦਾ। ਫਿਰ ਉਹਦਾ ਮਾਸ ਉਹ ਖਾਂਦੇ ਸੀਗੇ।
ਤਾਂ ਇਸੇ ਤਰ੍ਹਾਂ ਜਿਵੇਂ ਕਸਾਈ ਕਿਸੇ ਬੱਕਰੇ ਨੂੰ ਕੋਹ ਕੇ ਮਾਰੇ, ਇਹੀ ਸੂਲ ਜਿਹੜੇ ਆ ਸਰਾਈਆਂ ਹਨ ਇਹ ਸੂਲਾਂ ਬਣ ਜਾਣਗੀਆਂ ਤੇ ਪਿਆਲੇ ਖੰਜਰ ਬਣ ਜਾਣਗੇ, ਜਿਹੜੇ ਐਸ਼ੋ ਇਸ਼ਰਤ ਭੋਗ ਰਹੇ ਹੈ ਪਰ ਰੱਬ ਦਾ ਨਾਮ ਜਪਣ ਨੂੰ ਤਿਆਰ ਨਹੀਂ ਹੈ। ਕੋ ਸਤਨਾਮ। ਸੂਲ ਸੁਰਾਹੀ ਖੰਜਰ ਪਿਆਲਾ ਬੈਂਗ ਕਸਾਈਆਂ ਦਾ ਸਹਿਣਾ, ਇਹ ਉਹਨਾਂ ਮਨਮੁਖਾਂ ਦੀ ਗੱਲ ਹੈ ਦੋ ਪੰਕਤੀਆਂ ਵਿੱਚ। ਤੇ ਅਗਲੀ ਪੰਕਤੀ ਵਿੱਚ ਬਾਬਾ ਜੀ ਕਹਿੰਦੇ ਮਹਾਰਾਜ ਬੈਂਗ ਕਸਾਈਆਂ ਦਾ ਸਹਿਣਾ, ਯਾਦ ਦਾ ਸਾਨੂੰ ਸੱਥਰ ਚੰਗਾ, ਭੱਟ ਖੇੜਿਆਂ ਦਾ ਰਹਿਣਾ। ਕੋਈ ਗੱਲ ਨਹੀਂ, ਅਸੀਂ ਖੇੜਾ ਜੇ ਆਨੰਦਪੁਰ ਛੱਡ ਕੇ ਆ ਵੀ ਗਏ, ਭਾਵੇਂ ਆ ਸਾਡੇ ਨਾਲ ਹੋਰ ਉਹ ਸਾਰਾ ਸਾਜੋ ਸਮਾਨ ਨਹੀਂ ਹੈ, ਨਾ ਕੋਈ ਪਲੰਗ ਹੈ, ਨਾ ਕੋਈ ਪੋਲਾ ਗੱਦਾ ਹੈ, ਨਾ ਪੈਰਾਂ ਵਿੱਚ ਜੁੱਤੀ ਆ। ਗੁਰੂ ਪਿਆਰਿਓ ਪੈਰਾਂ ਵਿੱਚ ਕੰਡੇ ਵੱਜੇ ਆ, ਔਰ ਜਿਹੜੇ ਵਸਤਰ ਹਨ ਉਹ ਵੀ ਝਾੜੀਆਂ ਵਿੱਚ ਫਸ ਕੇ ਫਟ ਗਏ ਹਨ, ਪੈਰਾਂ 'ਤੇ ਸੋਜਾ ਵੀ ਆ ਗਿਆ ਹੈ। ਔਰ ਗੁਰੂ ਪਿਆਰਿਓ ਪਿਛਲੇ ਕਈ ਦਿਨਾਂ ਤੋਂ ਚਮਕੌਰ ਦੀ ਗੜੀ ਵੀ ਜੰਗ ਕਰ ਰਹੇ ਹੈ, ਔਰ ਜਿਸ ਵੇਲੇ ਪੂਰੇ ਥਕੇਵੇਂ ਦੇ ਨਾਲ ਆ ਕੇ ਖੂਹ 'ਤੇ ਆ ਕੇ ਬੈਠੇ ਹੈ, ਥੋੜ੍ਹੇ ਸਮੇਂ ਲਈ ਲੰਬੇ ਪਏ ਅਤੇ ਨੀਂਦ ਆ ਗਈ ਗੁਰੂ ਪਿਆਰਿਓ। ਪਰ ਹੱਥ ਦੇ ਵਿੱਚ ਸ਼ਸਤਰ ਹੈ, ਸ੍ਰੀ ਸਾਹਿਬ ਹੈ, ਨੰਗੀ ਉਹ ਛਾਤੀ 'ਤੇ ਰੱਖੀ ਹੋਈ ਆ। ਅਤੇ ਜਦੋਂ ਵੀ ਸਿੰਘਾਂ ਨੇ ਚੱਲਦੇ ਚੱਲਦੇ ਦੁਆਰਾ ਪਾਤਸ਼ਾਹ ਨੂੰ ਮਿਲਣਾ ਕੀਤਾ, ਪੈਰਾਂ ਦਾ ਖੜਾਕ ਹੋਇਆ ਅਤੇ ਪਾਤਸ਼ਾਹ ਉੱਠ ਕੇ ਬੈਠ ਗਏ। ਭਾਈ ਦਇਆ ਸਿੰਘ ਨੇ ਕਿਹਾ ਮਹਾਰਾਜ ਆਹ ਵੀ ਕੈਸਾ ਸਮਾਂ ਆਇਆ, ਕਦੇ ਤੁਸੀਂ ਬੈਡਾਂ 'ਤੇ ਪਲੰਘਾਂ 'ਤੇ ਆਰਾਮ ਕਰਦੇ ਸੀ ਅਤੇ ਅੱਜ ਥੱਲੇ ਹੀ। ਕਹਿੰਦੇ ਕੋਈ ਨਹੀਂ ਦਇਆ ਸਿਆਂ, ਯਾਰ ਦਾ ਸੱਥਰ ਵੀ ਚੰਗਾ ਹੈ ਪਰ ਯਾਰ ਭੁੱਲੇ ਨਾ। ਕਹੋ ਸਤਨਾਮ। ਆਖਾਂ ਜੀਵਾਂ ਵਿਸਰੇ ਮਰ ਜਾਓ, ਜੇ ਮੈਨੂੰ ਯਾਦ ਆਉਂਦਾ ਤੇ ਮੇਰਾ ਜੀਵਨ ਹੈ, ਪਰ ਜੇ ਮੈਨੂੰ ਵਿਸਰ ਗਿਆ ਤੇ ਰਜਾਈਆਂ ਵੀ ਸੱਪਾਂ ਦੇ ਡੰਗ ਬਣ ਜਾਣਗੇ। ਕਹੋ ਸਤਨਾਮ। ਸੂਲ ਆਪਣਾ ਤੁਧ ਬਿਨ ਰੋਗ, ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ, ਜਿਵੇਂ ਕੋਈ ਨਾਗਾਂ 'ਚ ਬਹਿੰਦਾ ਹੋਵੇ, ਨਾਗਾਂ ਸੱਪਾਂ 'ਚ ਰਹਿੰਦਾ ਹੋਵੇ। ਐਸ਼ੋ ਇਸ਼ਰਤ ਕਰਦਿਆਂ ਹੋਇਆਂ ਜਿਨ੍ਹਾਂ ਨੂੰ ਰੱਬ ਯਾਦ ਨਹੀਂ ਪਾਈ। ਸੰਤੋਖ ਸਿੰਘ ਕਵੀ ਇੱਥੇ 7ਵੇਂ ਪਾਤਸ਼ਾਹ ਦੀ ਸਿਫਤ ਕਰਦੇ ਹੈ। ਪਹਿਲਾਂ ਕਹਿੰਦੇ ਇਸ ਭਵ ਸਾਗਰ ਦੇ ਵਿੱਚ, ਅੱਗ ਦੇ ਸਾਗਰ ਵਿੱਚ ਜਿਨ੍ਹਾਂ ਨੇ ਤੇਰੇ ਚਰਨਾਂ ਦੀ ਸ਼ਰਨ ਲੈ ਲਈ, ਸ੍ਰੀ ਹਰਿ ਕ੍ਰਿਸ਼ਨ ਧਿਆਈ ਆ ਜਿੱਥੇ ਸਭ ਦੁੱਖ ਜਾਏ। ਇਸ ਤਰ੍ਹਾਂ ਗੁਰੂ ਹਰਿਰਾਏ ਸਾਹਿਬ ਜੀ ਦੇ ਪ੍ਰਥਾਈ ਵੀ ਅਰਦਾਸ ਵਿੱਚ ਬੇਨਤੀ ਕਰਦੇ ਹਾਂ ਤਾਂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਜਿਨ੍ਹਾਂ ਨੇ ਸ਼ਰਨ ਲੈ ਲਈ ਉਹ ਤਾਂ ਪਾਰ ਹੋ ਜਾਣਗੇ, ਪਰ ਜਿਹੜੇ ਹਜੇ ਵੀ ਐਸ਼ ਵਿੱਚ ਉਲਝੇ ਹੋਏ ਹਨ ਔਰ ਹਿਰਦੈ ਜਰਨਾ ਔਰ ਆਪਣੇ ਅੰਦਰ ਉਹ ਸੜ ਰਹੇ ਹਨ, ਜਿਨ੍ਹਾਂ ਨੂੰ ਤੇਰੇ ਚਰਨਾਂ ਦੀ ਸ਼ਰਨ ਲੈਣ ਦੀ ਹਲੇ ਜਾਚ ਨਹੀਂ ਆਈ। ਨਿਜ ਓਜ ਮਹਾ ਜਰਨਾ ਜਰਨਾ, ਤੇ ਕਹਿੰਦੇ ਉਹ ਆਪਣੀ ਤਾਕਤ ਨੂੰ ਬਾਹਲੀ ਸਮਝਦੇ ਹਨ, ਉਹਨਾਂ ਨੇ ਸੜਨਾ ਹੀ ਸੜਨਾ। ਜਰਨਾ ਭਾਵ ਮੱਚਣਾ। ਉਹਨਾਂ ਨੇ ਇਹ ਸੰਸਾਰ ਸਮੁੰਦਰ ਦੇ ਵਿੱਚ, ਅੱਗ ਦੇ ਸਮੁੰਦਰ ਵਿੱਚ ਸੜਨਾ ਹੀ ਸੜਨਾ ਹੈ, ਜਿਹੜੇ ਤੁਹਾਡੇ ਚਰਨਾਂ ਦੀ ਸ਼ਰਨ ਨਹੀਂ ਲੈਣਗੇ। ਹਰ ਰਾਏ ਪ੍ਰਭੂ ਸਭ ਕੇਰ ਕੀ ਜਨ, ਦੋਸ਼ ਕਰੇ ਹਰਨਾ ਹਰਨਾ। ਹੇ ਹਰ ਰਾਏ ਸਤਿਗੁਰੂ ਪਾਤਸ਼ਾਹ ਜੀ, ਤੁਸੀਂ ਤਾਂ ਸ਼ੇਰ ਦੀ ਨਿਆਈ ਹੋ। ਜਿਸ ਤਰ੍ਹਾਂ ਸ਼ੇਰ ਝਪਟ ਮਾਰ ਕੇ ਸਹਿਜੇ ਹੀ ਜੰਗਲੀ ਜਾਨਵਰਾਂ ਨੂੰ, ਹਰਨ ਆਦਿ ਇਹਨਾਂ ਨੂੰ ਕਾਬੂ ਕਰ ਲੈਂਦਾ ਹੈ, ਤੇ ਤੁਸੀਂ ਆਪਣੇ ਸਿੱਖਾਂ ਦੇ ਅੰਦਰਲੇ ਦੋਸ਼ਾਂ ਨੂੰ, ਸਿੱਖਾਂ ਦੇ ਅੰਦਰਲੇ ਮਾੜੇ ਕਰਮਾਂ ਨੂੰ, ਸਿੱਖਾਂ ਦੇ ਪਾਪ ਕਰਮਾਂ ਨੂੰ, ਸਿੱਖਾਂ ਦੀ ਔਗਣਾਂ ਨੂੰ ਇਉਂ ਦਬੋਚ ਲੈਂਦੇ ਹੋ ਜਿਵੇਂ ਸ਼ੇਰ ਮਿਰਗ ਨੂੰ ਦਬੋਚ ਲੈਂਦਾ ਹੈ। ਤੁਸੀਂ ਸਿੱਖਾਂ ਦੇ ਨਿਆਈ ਇਸ ਤਰ੍ਹਾਂ ਹੋ। ਕਹਿਣਾ ਕਹਿਣਾ ਫੁੱਲ ਹੈ ਬਿਨਾ ਸੁਗੰਧ, ਗੁਰੂ ਕਰਨਾ ਕਰਨਾ ਕਰਨਾ। ਹੇ ਮਹਾਰਾਜ, ਜੋ ਨਾ ਫੁੱਲ ਹੈ ਤੇ ਨਾ ਸੁਗੰਧੀ ਹੈ, ਜਿਹੜਾ ਕਰਤੱਵ ਕਰਨਾ ਉਹ ਗੁਰੂ ਦੀ ਵੀ ਮਿਹਰ ਨਾਲ ਹੋਣਾ ਹੈ। ਅਤੇ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਕਿਤਨੇ ਕੋਮਲ ਹਨ, ਹਿਰਦੇ ਦੇ ਕਿੰਨੇ ਕੋਮਲ ਹੈ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਹਰਿਰਾਏ ਸਾਹਿਬ ਜੀ ਨੇ ਪੁੱਛਿਆ ਮਹਾਰਾਜ ਤੁਸੀਂ ਜੰਗਾਂ ਯੁੱਧਾਂ ਨੂੰ ਕਰਦੇ ਰਹੇ, 4 ਜੰਗ ਤੁਸੀਂ ਕੀਤੇ ਵੱਡੇ, ਸਾਡੇ ਵਾਸਤੇ ਕੀ ਹੁਕਮ ਹੈ? ਤਾਂ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਹਰਿਰਾਏ ਸਾਹਿਬ ਜੀ ਤੁਸੀਂ ਕੋਈ ਜੰਗ ਨਹੀਂ ਕਰਨਾ, ਫੌਜ ਬਣਾ ਕੇ ਰੱਖਣੀ ਹੈ, ਫੌਜ ਖਤਮ ਨਹੀਂ ਕਰਨੀ। ਆ 2200 ਘੋੜ ਸਵਾਰ ਹੈ ਨਾ, ਇਹਨਾਂ ਨੂੰ ਐਵੇਂ ਤਿਆਰ ਪਰ ਤਿਆਰ ਰੱਖਣਾ ਹੈ, ਪਰ ਤੁਹਾਨੂੰ ਜੰਗ ਕਰਨ ਦੀ ਲੋੜ ਨਹੀਂ ਪੈਣੀ। ਜਿਹੜਾ ਤੁਹਾਡੇ 'ਤੇ ਚੜ੍ਹ ਕੇ ਆਵੇਗਾ ਉਹ ਰਸਤੇ ਵਿੱਚ ਹੀ ਮਾਰਿਆ ਜਾਵੇਗਾ। ਇਸੇ ਤਰ੍ਹਾਂ ਹੀ ਕਈ ਵਾਰੀ ਗੁਰੂ ਪਿਆਰਿਓ ਤੁਰਕਾਂ ਨੇ ਦਿੱਲੀ ਤੋਂ ਫੌਜ ਭੇਜੀ ਹਰਿਰਾਏ ਸਾਹਿਬ 'ਤੇ ਹਮਲਾ ਕਰਨ ਵਾਸਤੇ ਕੀਰਤਪੁਰ ਸਾਹਿਬ,
ਪਰ ਰਸਤੇ ਵਿੱਚ ਹੀ ਕੋਈ ਨਾ ਕੋਈ ਘਟਨਾ ਘਟਦੀ, ਉਹ ਰਸਤੇ ਵਿੱਚ ਹੀ ਮੁੜ ਜਾਂਦੇ ਜਾਂ ਖਤਮ ਹੋ ਜਾਂਦੇ, ਕੋਈ ਨਾ ਕੋਈ ਐਸੀ ਘਟਨਾ ਘਟਦੀ। ਤੇ ਸਤਿਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਦੇ ਪਰਥਾਏ ਜਿਵੇਂ ਸ਼ੇਰ ਗਿੱਦੜ ਆਪਣਾ ਮਿਰਗਾਂ ਨੂੰ ਖਤਮ ਕਰ ਲੈਂਦਾ, ਤੁਸੀਂ ਸਿੱਖਾਂ ਦੇ ਲਈ ਉਹਨਾਂ ਦੇ ਔਗਣ ਇਉਂ ਖਤਮ ਕਰ ਲੈਂਦੇ ਹਨ। ਉਹ ਤਾਂ ਮੱਕੜੀ ਦੇ ਜਾਲੇ ਵਾਂਗ ਹੈ ਜੋ ਫੁੱਲ ਦੇ ਵਿੱਚ ਸੁਗੰਧੀ ਨਾ ਹੋਵੇ। ਭਾਵ ਤੁਹਾਡਾ ਜਿਹੜਾ ਹੈ ਸੁੰਦਰ ਸਰੂਪ ਇਹ ਫੁੱਲਾਂ ਦੀ ਤਰ੍ਹਾਂ ਹੈ, ਸੁੰਦਰ ਹੈ, ਤੁਸੀਂ ਸੁਗੰਧਿਤ ਹੋ ਤੇ ਸਾਡੇ ਵਿੱਚ ਵੀ ਸੁਗੰਧੀ ਭਰਦੇ ਹੋ। ਤੁਸੀਂ ਤਾਂ ਪਾਤਸ਼ਾਹ ਜੀ ਨੂੰ ਕਹਿ ਰਿਹਾ ਹੈ ਜਿਵੇਂ ਚੰਦਨ ਦਾ ਦਰਖਤ ਹੁੰਦਾ ਹੈ, ਚੰਦਨ ਦੇ ਦਰਖਤ ਦੇ ਕੋਲ ਕੋਈ ਵੀ ਪੌਦਾ ਉੱਭਰ ਆਵੇ, ਗੁਰੂ ਪਿਆਰੋ ਚੰਦਨ ਉਹਦੇ ਵਿੱਚੋਂ ਵੀ ਸੁਗੰਧੀ ਪੈਦਾ ਕਰ ਦਿੰਦਾ। ਮਹਾਰਾਜ ਤੁਸੀਂ ਸਾਡੇ ਵਰਗੇ ਕਠੋਰ ਹਿਰਦਿਆਂ ਵਾਲਿਆਂ ਨੂੰ ਕੋਮਲ ਕਰਨ ਵਾਲੇ ਹੋ, ਉਹਨਾਂ ਵਿੱਚ ਸੁਗੰਧੀ ਭਰ ਦਿੰਦੇ ਹੋ। ਜਿਵੇਂ ਪਾਤਸ਼ਾਹ ਲਿਖਦੇ ਆ ਬਾਣੀ ਦੇ ਵਿੱਚ ਬਚਨ, ਤੁਮ ਚੰਦਨ ਹਮ ਅਰੰਡ ਵਾਪਰੇ, ਮੈਂ ਅਰਿੰਡ ਦਾ ਦਰਖਤ ਜਿਹਦੀ ਨਾ ਲੱਕੜ ਕੰਮ ਦੀ ਨਾ ਪੱਤੇ ਕੰਮ ਨੇ। ਮਹਾਰਾਜ ਮੈਂ ਅਰਿੰਡ ਵਰਗਾ, ਤੂੰ ਚੰਦਨ ਵਰਗਾ। ਤੁਮ ਚੰਦਨ ਹਮ ਅਰੰਡ ਵਾਪਰੇ, ਸੰਗ ਤੁਮਹਾਰੇ ਬਾਸਾ, ਨੀਚ ਰੂਖ ਤੇ ਊਚ ਭਏ ਆ, ਗੰਧ ਸੁਗੰਧ ਨਿਵਾਸਾ। ਅਸੀਂ ਵੀ ਨੀਚਾਂ ਤੋਂ ਉੱਚੇ ਹੋ ਗਏ। ਤੂੰ ਚੰਦਨ ਹੈ ਤੇ ਮੇਰੀ ਲੱਕੜ ਵਿੱਚੋਂ ਵੀ, ਮੇਰੇ ਵਿੱਚੋਂ ਵੀ ਤੇਰੀ ਖੁਸ਼ਬੂ ਆਉਣ ਲੱਗ ਪਈ। ਭਾਵ ਆਪਾਂ ਜੇ ਗੁਰੂ ਦੇ ਚਰਨਾਂ ਨਾਲ ਜੁੜਾਂਗੇ ਤੇ ਸਾਡੇ ਅੰਦਰੋਂ ਵੀ ਗੁਰੂ ਦੀ ਖੁਸ਼ਬੂ ਬਾਣੀ ਚੱਲ ਪੈਣੀ ਆ। ਕੋ ਸਤਨਾਮ। ਇਹ ਗੁਰੂ ਦੇ ਹਿਰਦੇ ਦੀ ਆਤਮਾ ਦੀ ਆਵਾਜ਼ ਹੈ, ਉਹ ਸਾਡੇ ਅੰਦਰ ਵੀ ਵਸ ਜਾਣੀ ਹੈ। ਤਾਂ ਭਾਈ ਸਾਹਿਬ ਜੀ ਕਹਿ ਰਹੇ ਹਨ, ਕਹਿਣਾ ਫੁੱਲ ਹਵੈ ਨਾ ਸੁਗੰਧ, ਗੁਰੂ ਕਰੁਣਾ ਕਰਨਾ ਕਰਨਾ। ਸਾਡੇ ਵਿੱਚ ਕੋਈ ਗੁਣ ਨਹੀਂ ਹੈ, ਅਸੀਂ ਔਗਣਾਂ ਦੇ ਭਰੇ ਹੋਏ ਹਾਂ, ਸਾਡੇ ਵਿੱਚ ਸੁਗੰਧੀ ਨਹੀਂ ਹੈ, ਪਰ ਕਿਰਪਾ ਕਰਕੇ ਤੁਸੀਂ ਨਾਮ ਦੀ ਸੁਗੰਧੀ ਭਰਦੇ ਹੋ ਜੀ। ਚੌਪਈ ਕ੍ਰਿਸ਼ਨ ਵਰਤਮਾ ਗੁਰ ਹਰਿ ਕ੍ਰਿਸ਼ਨ, ਕਾਨਨ ਕਲ ਕੀ ਕਲਮਲ ਕ੍ਰਿਸ਼ਨ। ਅੱਗੇ ਫਿਰ 8ਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਪਰਥਾਏ ਭਾਈ ਸਾਹਿਬ ਜੀ ਮੰਗਲਾਚਰਨ ਕਰਦੇ ਹਨ। ਕਹਿੰਦੇ ਜਿਹੜੇ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਹਨ ਉਹ ਕਲਯੁਗ ਦੇ ਕਾਲੇ ਵਣ ਨੂੰ ਜਿਹੜਾ ਹੈ ਬਣਦੀ ਅਗਨੀ ਵਾਂਗ ਖਤਮ ਕਰਨ ਵਾਲੇ ਹਨ। ਇੱਕ ਜੰਗਲ ਹੈ ਗੁਰੂ ਪਿਆਰਿਓ, ਉਸ ਨੂੰ ਕਾਲਾ ਜੰਗਲ ਕਹਿੰਦੇ ਸਨ, ਤੇ ਉਸ ਕਾਲੇ ਜੰਗਲ ਦੇ ਵਿੱਚ ਕ੍ਰਿਸ਼ਨ ਜੀ ਮਹਾਰਾਜ ਜੀ ਨੇ ਵੀ ਵਿਚਰਨਾ ਕੀਤਾ। ਤੇ ਪਾਤਸ਼ਾਹ ਜੀ ਦੀ ਸਿਫਤ ਕਰਦੇ ਸੰਤੋਖ ਸਿੰਘ ਕਵੀ ਕ੍ਰਿਸ਼ਨ ਜੀ ਦੀ ਉਦਾਹਰਨ ਦੇ ਕੇ ਹਰਿਕ੍ਰਿਸ਼ਨ ਜੀ ਦੀ ਸਿਫਤ ਕਰਦੇ ਆ। ਕਹਿੰਦੇ ਮਹਾਰਾਜ ਤੁਸੀਂ ਜਿਹੜੇ ਹੋ ਕ੍ਰਿਸ਼ਨ ਵਰਤਮਾ ਗੁਰ ਹਰਿਕ੍ਰਿਸ਼ਨ, ਕ੍ਰਿਸ਼ਨ ਦੀ ਤਰ੍ਹਾਂ ਤੁਸੀਂ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਕਾਨਨ ਕਲ ਕੇ ਕਲਮਲ ਕ੍ਰਿਸ਼ਨ। ਤੇ ਪਿਛਲੇ ਕ੍ਰਿਸ਼ਨ ਦਾ ਅਰਥ ਹੈ ਕੱਟ ਦੇਣ ਵਾਲੇ। ਕ੍ਰਿਸ਼ਨ ਕਿਰਸਾਨ ਵੀ ਹੁੰਦਾ ਹੈ, ਤੇ ਕਿਰਸਾਨ ਧਰਤੀ ਵਿੱਚੋਂ ਫਸਲ ਕਰਦਾ ਹੈ ਤੇ ਕੱਟਦਾ ਹੈ। ਕ੍ਰਿਸ਼ਨ ਸਾਡਾ ਸਵਾਸ ਵੀ ਹੈ। ਪਾਤਸ਼ਾਹ ਜੀ ਦਾ ਬਚਨ ਹੈ ਕਿ ਇਹ ਜਿਹੜਾ ਸਵਾਸ ਹੈ ਇਸ ਦਾ ਨਾਮ ਵੀ ਕ੍ਰਿਸ਼ਨ ਹੈ। ਤੁਸੀਂ ਕ੍ਰਿਸ਼ਨ ਦੇ ਦੋ ਰੂਪ ਦੇਖੇ ਹਨ, ਇੱਕ ਕਾਲੇ ਰੰਗ ਦਾ, ਇੱਕ ਗੋਰੇ ਰੰਗ ਦਾ। ਇਹ ਦੋ ਰੂਪ ਕ੍ਰਿਸ਼ਨ ਦੇ ਕਿਵੇਂ ਹੋ ਗਏ? ਅਸਲ ਵਿੱਚ ਸਵਾਸ ਸਾਡਾ ਦੋ ਤਰ੍ਹਾਂ ਦਾ ਹੈ। ਆਕਸੀਜਨ ਚਿੱਟੀ ਹੈ, ਗੋਰੀ ਹੈ, ਕਾਰਬਨ ਡਾਈਆਕਸਾਈਡ ਕਾਲੀ ਹੈ। ਕਿਉਂਕਿ ਗੁਰੂ ਪਿਆਰਿਓ ਜੋ ਇਹ ਉਦਾਹਰਨਾਂ ਬਣੀਆਂ ਨਾ ਇਹ ਕੁਦਰਤ ਦੇ ਨਾਲ ਵੀ ਜੁੜੀਆਂ ਹੋਈਆਂ। ਇੱਕ ਇੱਕ ਗੱਲ ਦੇ ਕਈ ਕਈ ਅਰਥ ਬਣਦੇ ਹਨ। ਤਾਂ ਕ੍ਰਿਸ਼ਨ ਜਿਹੜਾ ਹੈ ਇਹਦੇ ਦੋ ਰੂਪ ਇਸ ਕਰਕੇ ਵਿਖਾਏ ਗਏ ਹੈ। ਇੱਕ ਤਾਂ ਮੈਂ ਦੇਖਿਆ ਮਥੁਰਾ ਬਿੰਦਰਾਬਨ ਦੇ ਵਿੱਚ ਜਾਣ ਦਾ ਮੌਕਾ ਮਿਲਿਆ, ਇੱਕ ਮੰਦਰ ਦੇ ਵਿੱਚ ਮੂਰਤੀ ਲੱਗੀ ਆ ਕਾਲੀ ਸ਼ਾਹ ਤੇ ਇੱਕ ਮੰਦਰ ਵਿੱਚ ਮੂਰਤੀ ਲੱਗੀ ਆ ਗੋਰੇ ਰੰਗ ਦੀ। ਕਹੋ ਸਤਿਨਾਮ। ਤਾਂ ਇਹ ਸਾਡਾ ਜਿਹੜਾ ਹੈ ਇਹ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾ ਤੇ ਆਤਮਾ, ਆਤਮ ਸ੍ਰੀ ਹਰ ਕ੍ਰਿਸ਼ਨ, ਆਤਮ ਸ੍ਰੀ ਵਾਸੁਦੇਵ ਹੈ। ਆਤਮਾ ਹੀ ਪਰਮਾਤਮਾ ਹੈ, ਆਤਮਾ ਹੀ ਕ੍ਰਿਸ਼ਨ ਹੈ, ਪਰਮਾਤਮਾ ਵਾਸੁਦੇਵ ਹੈ। ਹੁਣ ਵਾਸੁਦੇਵ ਤੁਸੀਂ ਧਿਆਨ ਉਹ ਕ੍ਰਿਸ਼ਨ ਜੀ ਦੇ ਬਾਪ ਤੇ ਨਾ ਲੈ ਜਾਓ। ਵਾਸੁਦੇਵ ਜੋ ਸਵਾਸ ਦੇਣ ਵਾਲਾ ਹੈ ਸਾਨੂੰ। ਕੋ ਸਤਿਨਾਮ। ਸਾਡਾ ਸਵਾਸ ਹੈ ਜਿਹੜਾ ਇਹ ਕ੍ਰਿਸ਼ਨ ਸਰਬ ਦੇਵਾ, ਇਹ ਸਵਾਸ ਹੀ ਸਾਰਿਆਂ ਦੀ ਆਤਮਾ ਬਣਿਆ ਹੋਇਆ। ਕੋ ਸਤਿਨਾਮ। ਜਿਹੜਾ ਕ੍ਰਿਸ਼ਨ ਹੈ ਨਾ ਇਹ ਕ੍ਰਿਸ਼ਨ ਦੁਆਪਰ ਯੁੱਗ ਦੇ ਰਾਜੇ ਹੋਏ ਆ ਤੇ ਇਹ ਕ੍ਰਿਸ਼ਨ ਤੁਹਾਡੇ ਸਾਰਿਆਂ ਦੇ ਕੋਲੇ ਆ। ਇੱਕ ਕਹਾਣੀ ਕ੍ਰਿਸ਼ਨ ਜੀ ਦੇ ਬਾਰੇ ਹੈ। ਮਥੁਰਾ ਬਿੰਦਰਾਬਨ ਦੇ ਵਿੱਚ ਕਹਿੰਦੇ ਜਦੋਂ ਤੜਕੇ
ਗੁਰੂ ਪਿਆਰੋ ਕ੍ਰਿਸ਼ਨ ਜੀ ਸੰਗਤ ਜਿਹਨੂੰ ਗੋਪੀਆਂ ਕਹਿੰਦੇ ਆ, ਜਦੋਂ ਇਕੱਤਰ ਹੁੰਦੀ ਆ ਗੱਲਾਂ ਕਰਦੇ ਐ, ਕੋਈ ਕਹਿੰਦਾ ਰਾਧ ਕ੍ਰਿਸ਼ਨ ਸਾਡੇ ਘਰ ਸੀ, ਦੂਜਾ ਕਹਿੰਦਾ ਨਹੀਂ ਸਾਡੇ ਘਰ ਸੀਗਾ, ਤੀਜਾ ਕਹਿੰਦਾ ਨਹੀਂ ਸਾਡੇ ਘਰ ਸੀ। ਉਹ ਸਾਰੇ ਕਹਿੰਦੇ ਕ੍ਰਿਸ਼ਨ ਸਾਡੇ ਘਰ ਹੈ, ਫਿਰ ਕ੍ਰਿਸ਼ਨ ਇੱਕ ਹੈ ਤੇ ਇੰਨੇ ਘਰਾਂ ਵਿੱਚ ਕਿਵੇਂ ਚਲਿਆ ਗਿਆ? ਆ ਸਵਾਸ ਕਰਕੇ ਸਾਰਿਆਂ ਵਿੱਚ ਹੈ। ਕਹੋ ਸਤਿਨਾਮ, ਹਰੇਕ ਦੇ ਨਾਲ ਹੈ। ਗੋਪੀ ਜਿਹੜੇ ਉਹਦੀਆਂ ਗੁਪਤ ਗੱਲਾਂ ਨੂੰ ਸਮਝਣ ਵਾਲੇ ਹੈ, ਭਾਵੇਂ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਪਰ ਗੋਪੀ ਦਾ ਅਰਥ ਹੈ ਜਿਨ੍ਹਾਂ ਨੇ ਗੁੱਝੇ ਭੇਤ ਨੂੰ ਜਾਣ ਲਿਆ। ਗੋਪੀ ਆਪਣੇ ਸੰਗਤ ਕਹਿੰਦੇ ਆ, ਮਾਲਵੇ ਪੰਜਾਬੀ 'ਚ ਉਹਨਾਂ ਦੀ ਬੋਲੀ 'ਚ ਗੋਪੀ ਕਹਿੰਦੇ ਆ। ਕਹੋ ਸਤਿਨਾਮ। ਲੋਕਾਂ ਨੇ ਗੋਪੀਆਂ ਦਾ ਨਾਮ ਇੱਕ ਇਸਤਰੀਆਂ ਹੀ ਮੰਨ ਲਿਆ, ਕੇਵਲ ਇਸਤਰੀਆਂ ਨਹੀਂ, ਆਪਾਂ ਸਾਰੇ ਇਸਤਰੀਆਂ ਹਾਂ। ਇਹ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਵਾਈ, ਕੇਵਲ ਪਰਮੇਸ਼ਰ ਹੀ ਪੁਰਖ ਹੈ, ਆਪਾਂ ਸਾਰੇ ਗੋਪੀਆਂ। ਫਿਰ ਆਪਾਂ ਗੁਰੂ ਨਾਨਕ ਦੀ ਸੰਗਤ ਹਾਂ, ਉੱਥੇ ਗੋਪੀ ਸ਼ਬਦ ਵਰਤਿਆ ਜਾਂਦਾ। ਜਿਹੜਾ ਉਹਦੇ ਗੁੱਝੇ ਰਾਜ ਨੂੰ ਭੇਦ ਨੂੰ ਸਮਝ ਗਿਆ, ਉਹਦੀ ਗੋਪੀ ਹੈ, ਚਾਹੇ ਮਨੁੱਖ ਹੈ ਚਾਹੇ ਇਸਤਰੀ ਹੈ। ਖੈਰ ਅੱਗੇ ਚੱਲੀਏ। ਹਰਿਕ੍ਰਿਸ਼ਨ ਜੀ ਮਹਾਰਾਜ, ਤੁਸੀਂ ਕਲਯੁਗ ਦੇ ਇਸ ਕਾਲੇ ਵਣ ਨੂੰ ਬਲਦੀ ਅਗਨੀ ਦੀ ਨਿਆਈ ਨਾਸ਼ ਕਰਨ ਵਾਲੇ ਹੋ। ਜਿਵੇਂ ਕ੍ਰਿਸ਼ਨ ਨੇ ਗੁਰੂ ਪਿਆਰਿਓ ਇੱਕ ਜੰਗਲ ਨੂੰ ਇਸੇ ਤਰ੍ਹਾਂ ਹੀ ਸਾੜਿਆ ਸੀਗਾ, ਉਸੇ ਤਰ੍ਹਾਂ ਤੁਸੀਂ ਸਾਡੇ ਪਾਪਾਂ ਰੂਪੀ ਕਲਯੁਗ ਦੇ ਜੰਗਲ ਨੂੰ ਸਾੜਨ ਵਾਲੇ ਹੋ। ਨਾਮ ਸਰੂਪ ਬਿਸ਼ਨ ਹਰਿ ਕ੍ਰਿਸ਼ਨ, ਸਿਮਰੋ ਬੰਦੋ ਹੈਵ ਕਬ ਕ੍ਰਿਸ਼ਨ। ਤਾਂ ਹੇ ਗੁਰੂ ਹਰਿਕ੍ਰਿਸ਼ਨ ਜੀ, ਤੁਹਾਡੀ ਪ੍ਰਭਤਾ ਵਡਿਆਈ ਦੇਖੀਏ ਤੇ ਤੁਸੀਂ ਵਿਸ਼ਨੂੰ ਭਾਵ ਪਰਮੇਸ਼ਰ ਦੇ ਰੂਪ ਹੋ। ਹਰਿਕ੍ਰਿਸ਼ਨ ਜੀ ਨੂੰ ਪਰਮੇਸ਼ਰ ਦਾ ਰੂਪ, ਕਿਉਂਕਿ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦਸੇ ਪਾਤਸ਼ਾਹੀਆਂ ਪਰਮੇਸ਼ਰ ਦਾ ਹੀ ਦੂਸਰਾ ਰੂਪ ਹੈ। ਪਰਮੇਸ਼ਰ ਜਿਹੜਾ ਹੈ ਇਹ ਨਿਰਗੁਣ ਹੈ ਤੇ ਗੁਰੂ ਇੱਥੇ ਸਰਗੁਣ ਬਣ ਕੇ ਆਏ। ਪਰਮੇਸ਼ਰ ਪਾਰ ਬ੍ਰਹਮ ਹੈ ਤੇ ਸਤਿਗੁਰੂ ਗੁਰੂ ਬ੍ਰਹਮ ਹੈ ਦੋਨੇ ਇੱਕੋ ਹੀ। ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਕਵੀ ਸੰਤੋਖ ਸਿੰਘ ਜੀ ਕਹਿੰਦੇ, ਜੇ ਮੈਂ ਤੇਰੀ ਵਡਿਆਈ ਵੇਖਾਂ ਤਾਂ ਤੁਹਾਡਾ ਜਿਹੜਾ ਸਰੂਪ ਹੈ ਤੁਸੀਂ ਮੈਨੂੰ ਪਰਮੇਸ਼ਰ ਹੀ ਜਾਪਦੇ ਹੋ, ਪਰ ਹਾਂ ਆਪ ਹਰ ਕ੍ਰਿਸ਼ਨ ਦਾ ਭਾਵ ਅਕਾਲ ਪੁਰਖ ਹੀ ਹੋ। ਤਾਂ ਗੁਰੂ ਪਿਆਰੋ ਹਰਿਕ੍ਰਿਸ਼ਨ ਮਹਾਰਾਜ ਜੀ ਉਮਰਾਂ ਦੇ ਵਿੱਚ, ਗੁਰੂ ਪਿਆਰਿਓ ਜਿਨ੍ਹਾਂ ਨੂੰ 5 ਸਾਲ ਦੇ ਵਿੱਚ ਗੁਰਤਾ ਗੱਦੀ ਦੀ ਜੋਤ ਮਿਲੀ ਆ ਔਰ 8 ਸਾਲ ਤੱਕ ਦੀ ਉਮਰ ਬਤੀਤ ਕੀਤੀ ਆ, ਪਰ ਉਹ ਛੋਟੀ ਉਮਰ ਦੇ ਵਿੱਚ ਵੀ ਕਿੰਨਾ ਗਿਆਨ ਸੰਸਾਰ ਨੂੰ ਬਖਸ਼ਿਆ। ਭਾਈ ਸੰਤੋਖ ਸਿੰਘ ਕਵੀ ਹਰਿਕ੍ਰਿਸ਼ਨ ਜੀ ਨੂੰ ਇੱਥੇ ਪਰਮੇਸ਼ਰ ਦਾ ਸਰੂਪ ਕਹਿ ਕੇ ਗੁਰੂ ਪਿਆਰਿਓ ਮਹਿਮਾ ਕਰਦੇ ਹਨ। ਨਾਮ ਰੂਪ ਵਿਸ਼ਨ ਹਰਿ ਕ੍ਰਿਸ਼ਨ, ਤੁਸੀਂ ਪਰਮੇਸ਼ਰ ਦੇ ਰੂਪ ਹੋ। ਸਿਮਰੋ ਬੰਦੋ ਹੋਵੇ ਕਬ ਕ੍ਰਿਸ਼ਨ, ਜੇ ਤੁਸੀਂ ਉਸ ਨੂੰ ਸਿਮਰੋਗੇ, ਪੂਜਾ ਕਰੋਗੇ, ਅਰਚਨਾ ਕਰੋਗੇ, ਤੁਹਾਡੀ ਕਦੇ ਵੀ ਕ੍ਰਿਸ਼ਨ ਭਾਵ ਹਾਨੀ ਨਹੀਂ ਹੋਵੇਗੀ। ਕ੍ਰਿਸ਼ਨ ਫਸਲ ਕੱਟਣੀ, ਤੁਹਾਡੀ ਕਦੇ ਹਾਨੀ ਨਹੀਂ ਹੋਵੇਗੀ। ਜਿਨ ਕੇ ਪੂਜਕ ਰੀਤ ਕ੍ਰਿਸ਼ਨ, ਸੋ ਸਰੂਪ ਸਤਿਗੁਰ ਭਗਵਾਨ। ਤਾਂ ਕ੍ਰਿਸ਼ਨ ਗੁਣ ਨਗਣ ਮਾਨੋ ਕਿਰਸਾਨ, ਕ੍ਰਿਸ਼ਨ ਜੀ ਦੇ ਗੁਣ ਹਨ, ਮਾਨੋ ਕਿਰਸਾਨ ਦੇ ਗੁਣ। ਕਿਰਸਾਨ ਦਾ ਕੰਮ ਹੈ ਧਰਤੀ ਵਿੱਚੋਂ ਫਸਲ ਪੈਦਾ ਕਰਨੀ, ਦਾਣਾ ਪੈਦਾ ਕਰਨਾ, ਇਹ ਕਿਰਸਾਨ ਦਾ ਕੰਮ ਹੈ। ਤੇ ਕ੍ਰਿਸ਼ਨ ਦਾ ਕੰਮ ਸਵਾਸ ਦਾ ਵੀ ਇਹੀ ਕੰਮ ਹੈ, ਕ੍ਰਿਸ਼ਨ ਸਵਾਸ ਦਾ ਵੀ ਇਹੀ ਕੰਮ ਹੈ। ਨਵਾਂ ਸਵਾਸ ਅੰਦਰ ਜਾਂਦਾ ਹੈ, ਵਿਕਾਰਾਂ ਨੂੰ ਬਾਹਰ ਕੱਢ ਦਿੰਦਾ। ਕਹੋ ਸਤਿਨਾਮ। ਕਾਰਬਨ ਡਾਈਆਕਸਾਈਡ ਨੂੰ ਬਾਹਰ ਕੱਢ ਦਿੰਦਾ। ਹਰ ਵਾਰੀ ਨਵਾਂ ਸਵਾਸ ਲੈਂਦੇ ਆ, ਨਵਾਂ ਕ੍ਰਿਸ਼ਨ ਅੰਦਰ ਜਾਂਦਾ ਹੈ ਤੇ ਪੁਰਾਣਾ ਜਿਹੜਾ ਹੈ ਕਾਲਾ ਹੋਇਆ ਕਾਰਬਨ ਡਾਈਆਕਸਾਈਡ ਬਾਹਰ ਕੱਢਦਾ। ਕਿਸਾਨ ਦਾ ਕੰਮ ਵੀ ਇਹੀ ਆ, ਧਰਤੀ ਦੇ ਵਿੱਚ ਫਸਲ ਬੀਜਦਾ ਹੈ, ਉਹ ਉਗਰਦੀ ਹੈ ਤੇ ਉਹਦੇ ਵਿੱਚੋਂ ਵਿਕਾਰਾਂ ਨੂੰ, ਘਾਹ ਫੂਸ ਨਦੀਨਾਂ ਨੂੰ ਪੱਟਦਾ ਹੈ, ਕੱਢ ਦਿੰਦਾ ਹੈ, ਫਸਲ ਸੰਭਾਲ ਲੈਂਦਾ ਹੈ। ਹੇ ਹਰਿਕ੍ਰਿਸ਼ਨ ਜੀ ਮਹਾਰਾਜ, ਤੁਸੀਂ ਤਾਂ ਕਿਸਾਨਾਂ ਦੀ ਤਰ੍ਹਾਂ ਸਮੂਹ ਗੁਣਾਂ ਦੀ ਖੇਤੀ ਦੀ ਰੱਖਿਆ ਕਰਨ ਵਾਲੇ ਹੋ, ਪਾਲਣਾ ਕਰਨ ਵਾਲੇ ਤੁਸੀਂ ਹੋ। ਬੰਧਨ ਬੰਸਨ ਵਿਪਨ ਕਿਰਸਾਨ, ਜਿਵੇਂ ਕਿਰਸਾਨ ਜੰਗਲ ਦੇ ਵਿੱਚ ਆਪਣੀ ਫਸਲ ਨੂੰ ਸੰਭਾਲਦਾ ਹੈ, ਉਸੇ ਤਰ੍ਹਾਂ ਹੀ ਜਿਨ ਕੇ ਪੂਜਕ ਰੀਤ ਕਿਰਸਾਨ, ਸੋ ਸਰੂਪ ਸਤਿਗੁਰ ਭਗਵਾਨ। ਹੇ ਮਹਾਰਾਜ, ਤੁਸੀਂ ਬੰਧਨਾ ਰੂਪੀ ਬਾਸਾਂ ਦੇ ਵਣ ਲਈ ਅਗਨੀ ਵਾਂਗ ਸਾੜ ਦੇਣ ਵਾਲੇ ਹੋ। ਸਤਿਗੁਰ ਜੀ ਭਗਵਾਨ ਦਾ ਸਰੂਪ ਹੋ। ਜਿਨ੍ਹਾਂ ਨੇ ਤੁਹਾਡੀ ਮਹਿਮਾ ਕੀਤੀ, ਤੁਸੀਂ ਉਹਨਾਂ ਨੂੰ ਆਪਣਾ ਰੂਪ ਦੇ ਦਿੰਦੇ ਹੋ। ਸਿੱਖ ਬੇਕਾਰ ਪਰ ਹਰਨ ਬਹਾਦਰ, ਜਿਸ ਕਰਨਾ ਸਭ ਥਾਨ ਮਹਾਦਰ। ਅੱਗੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਗੱਲ ਕਰਦੇ ਹਨ।
ਕਿ ਮਹਾਰਾਜ ਜਿਹੜੇ ਸਿੱਖਾਂ ਦੇ ਵਿਕਾਰ ਹਨ, ਤੇਗ ਬਹਾਦਰ ਹਿੰਦ ਕੀ ਚਾਦਰ, ਬਹਾਦਰ ਸ਼ਕਤੀਸ਼ਾਲੀ, ਇੱਥੇ ਗੁਰੂ ਤੇਗ ਬਹਾਦਰ ਜੀ ਗੱਲ ਕਰਦੇ ਆ। ਮਹਾਰਾਜ ਸਤਿਗੁਰੂ ਤੇਗ ਬਹਾਦਰ ਜੀ, ਤੁਸੀਂ ਸਿੱਖਾਂ ਦੇ ਵਿਕਾਰਾਂ ਨੂੰ ਨਾਸ਼ ਕਰਨ ਵਿੱਚ ਬੜੇ ਬਹਾਦਰ ਹੋ। ਸਤਿਗੁਰੂ ਪਾਤਸ਼ਾਹ ਜੀ ਦੀ ਗੁਰੂ ਪਿਆਰੋ ਇੱਕ ਵਾਰ ਜੰਗ ਦੇ ਵਿੱਚ ਤਲਵਾਰ ਚਲਾਉਂਦੇ ਵੇਖਿਆ ਸੀਗਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ, ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਇਹਨਾਂ ਦਾ ਨਾਮ ਰੱਖ ਦਿੱਤਾ ਤੇਗ ਬਹਾਦਰ, ਭਾਵ ਤੇਗ ਦਾ ਧਣੀ। ਇੱਕ ਜੰਗ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਵੀ ਹਿੱਸਾ ਲਿਆ ਸੀ ਗੁਰੂ ਪਿਆਰੋ, ਜਦੋਂ 4 ਜੰਗਾਂ ਹੋਈਆਂ। ਤਾਂ ਉਸ ਤੋਂ ਬਾਅਦ ਫਿਰ ਅੱਗੇ ਸਮਾਂ ਆਇਆ ਤੇ ਇਹਨਾਂ ਨੂੰ ਗੁਰਤਾ ਗੱਦੀ ਮਿਲ ਗਈ। ਇੱਕ ਦਿਨ ਗੁਰੂ ਪਿਆਰਿਓ, ਗੁਰੂ ਤੇਗ ਬਹਾਦਰ ਜੀ ਦੇ ਮਾਤਾ ਨਾਨਕੀ ਜੀ, ਸਤਿਗੁਰਾਂ 3 ਮਹਿਲ ਹੈ ਨਾ, ਇੱਕ ਮਾਤਾ ਮਰਵਾਹੀ ਹੈ, ਇੱਕ ਮਾਤਾ ਦਮੋਦਰੀ ਹੈ, ਇੱਕ ਮਾਤਾ ਨਾਨਕੀ ਹੈ। ਮਾਤਾ ਦਮੋਦਰੀ ਦੇ ਗੁਰੂ ਪਿਆਰਿਓ 4 ਪੁੱਤਰ ਹੋਏ, 1 ਧੀ ਹੋਈ। ਮਾਤਾ ਨਾਨਕੀ ਦਾ 1 ਪੁੱਤਰ ਹੋਇਆ। ਇਹੋ 5 ਪੁੱਤਰ ਤੇ 1 ਧੀ ਆ ਛੇਵੇਂ ਪਾਤਸ਼ਾਹ ਜੀ ਦੇ। ਬੀਬੀ ਬੀਰੋ ਜੀ ਨਾਲ ਦੀ ਸ਼ਾਦੀ ਕੀਤੀ ਆ। ਤਾਂ ਇੱਕ ਦਿਨ ਮਾਤਾ ਨਾਨਕੀ ਜੀ ਪ੍ਰਸ਼ਾਦਾ ਛਕਾ ਰਹੇ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ, ਔਰ ਛਕਾਉਂਦੇ ਛਕਾਉਂਦੇ ਪੁੱਛਿਆ, ਮਹਾਰਾਜ ਇਹ ਮੇਰੇ ਪੁੱਤਰ ਤੇਗ ਬਹਾਦਰ ਦਾ ਕੀ ਬਣੂਗਾ? ਕਿਉਂ? ਇਹ ਨਾ ਤਾਂ ਕਿਸੇ ਬੱਚਿਆਂ ਨਾਲ ਹੱਸਦਾ ਖੇਡਦਾ, ਨਾ ਕਿਸੇ ਨਾਲ ਦੋਸਤੀ ਕਰਦਾ, ਇਹ ਉਦਾਸ ਰਹਿੰਦਾ ਹੈ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗੱਲਾਂ ਸੁਣਦੇ ਰਹੇ, ਪ੍ਰਸ਼ਾਦਾ ਛਕਦੇ ਰਹੇ। ਪ੍ਰਸ਼ਾਦਾ ਛਕ ਕੇ ਹੱਥ ਸਾਫ਼ ਕੀਤੇ, ਔਰ ਮਾਤਾ ਜੀ ਇੱਕ ਚੀਜ਼ ਵੇਖਦੇ ਸੀਗੇ। ਦੂਜੇ ਵੀ ਬੱਚੇ ਪਾਤਸ਼ਾਹ ਕੋਲ ਆਉਂਦੇ, ਪਿਆਰ ਕਰਦੇ ਸਭ ਨੂੰ, ਪਰ ਜਦੋਂ ਤੇਗ ਬਹਾਦਰ ਜੀ ਆਉਂਦੇ ਨਾ, ਇਹਨਾਂ ਨੂੰ ਹੱਥ ਬੰਨ੍ਹ ਕੇ ਇੱਦਾਂ ਕਰਦੇ, ਕਹੋ ਸਤਿਨਾਮ ਜੀ, ਬੜੇ ਪਿਆਰ ਨਾਲ ਸਰਾਣੇ ਵਾਲੇ ਪਾਸੇ ਬਿਠਾ ਲੈਂਦੇ ਤੇਗ ਬਹਾਦਰ ਜੀ ਨੂੰ। ਤੇ ਇਹ ਵੇਖਿਆ ਵੀ ਕਾਰਨ ਕੀ ਹੈ, ਵੀ ਤੇਗ ਬਹਾਦਰ ਦਾ ਸਤਿਕਾਰ ਇਸ ਢੰਗ ਨਾਲ ਕਰਦੇ ਆ ਜਿਵੇਂ ਕੋਈ ਮਹਾਨ ਹੁੰਦਾ ਹੈ। ਇਹਨਾਂ ਦਾ ਪੁੱਤਰ ਹੀ ਛੋਟਾ। ਤਾਂ ਜਦ ਪੁੱਛਿਆ ਮਾਤਾ ਜੀ ਨੇ ਕਿ ਮੇਰੇ ਪੁੱਤਰ ਦਾ ਕੀ ਬਣੂਗਾ, ਤੇ ਹੱਥ ਸਾਫ਼ ਕਰਕੇ ਰੁਮਾਲ ਨਾਲ ਪੂੰਝ ਕਰਕੇ ਉਹ ਰੁਮਾਲ ਫੜਾਤਾ, ਕਹਿੰਦੇ ਆ ਫੜ ਨਾਨਕੀ। ਮਹਾਰਾਜ ਇਹ ਕੀ ਆ? ਕਹਿੰਦੇ ਇਹ ਹੈ ਤੇਗ ਬਹਾਦਰ ਦੇ ਬਾਰੇ ਜਾਣਕਾਰੀ ਕਿ ਇਹ ਰੁਮਾਲ ਇੱਕ ਦਿਨ ਚਾਦਰ ਬਣੇਗਾ। ਕਹੋ ਸਤਿਨਾਮ। ਤੇਰਾ ਪੁੱਤਰ ਤੇਗ ਬਹਾਦਰ ਸੰਸਾਰ ਦੀ ਧਰਮ ਦੀ ਚਾਦਰ ਬਣੇਗਾ, ਦੁਨੀਆ ਦਾ ਧਰਮ ਬਚਾਉਣ ਵਾਸਤੇ ਹੈ। ਇਹ ਤੇਰਾ ਪੁੱਤਰ ਦੇ ਵਿੱਚ ਬੜੀ ਤਾਕਤ ਹੈ, ਸਮਾਂ ਆਵੇਗਾ। ਤਾਂ ਉਹ ਸਮਾਂ ਫਿਰ ਗੁਰੂ ਛੇਵੇਂ ਪਾਤਸ਼ਾਹ ਤੋਂ ਗੱਦੀ ਹਰਿਰਾਜ ਸਾਹਿਬ ਨੂੰ ਮਿਲੀ। ਹਰਿਰਾਜ ਸਾਹਿਬ ਨੇ ਅੱਗੇ ਗੱਦੀ ਆਪਣੇ ਛੋਟੇ ਪੁੱਤਰ ਹਰਕ੍ਰਿਸ਼ਨ ਦਿੱਤੀ, ਤੇ ਹਰਕ੍ਰਿਸ਼ਨ ਜੀ ਗੱਦੀ ਵਾਪਸ ਫਿਰ ਛੇਵੇਂ ਪਾਤਸ਼ਾਹ ਦਾ ਬਚਨ ਪੂਰਾ ਕਰਦੇ ਹੋਏ ਗੁਰੂ ਤੇਗ ਬਹਾਦਰ ਜੀ ਨੂੰ ਦਿੱਤੀ ਆ। ਕਹੋ ਸਤਿਨਾਮ। ਤੇਗ ਬਹਾਦਰ ਧਰਮ ਦੀ ਚਾਦਰ, ਜਿਨ੍ਹਾਂ ਨੇ ਸੰਸਾਰ ਦੇ ਵਿੱਚ ਧਰਮ ਨੂੰ ਬਚਾਉਣ ਵਾਸਤੇ ਆਪਣਾ ਬਲੀਦਾਨ ਤੱਕ ਦੇ ਦਿੱਤਾ। ਤਾਂ ਇੱਥੇ ਤੇਗ ਬਹਾਦਰ ਦੀ ਸਿਫਤ ਕਰਦੇ ਹੋਏ ਭਾਈ ਸੰਤੋਖ ਸਿੰਘ ਕਵੀ ਲਿਖਦੇ ਹਨ, ਮਹਾਰਾਜ ਸਿੱਖਾਂ ਦੇ ਵਿਕਾਰਾਂ ਨੂੰ ਖਤਮ ਕਰਨ ਦੇ ਤੁਸੀਂ ਬੜੇ ਬਹਾਦਰ ਹੋ। ਜਿਸ ਕਰਨਾ ਕਰ ਸਭ ਥਾਨ ਬਹਾਦਰ, ਜਿਨ੍ਹਾਂ ਦੀ ਮਿਹਰ ਦਾ ਸਦਕਾ ਹਰ ਥਾਂ 'ਤੇ ਬੜਾ ਆਦਰ ਪਾਈਦਾ ਹੈ। ਗੁਰੂ ਦੀ ਕਿਰਪਾ ਹੀ ਆ। ਤੇਗ ਬਹਾਦਰ ਸਿਮਰਿਆ ਘਰ ਨੌ ਨਿਧਿ ਆਵੈ, ਧਾਏ ਸਭ ਥਾਈ ਹੋਏ ਸਹਾਏ। ਇਹ ਗੁਰੂਆਂ ਦੀ ਕਿਰਪਾ ਹੀ ਹੈ ਨਾ। ਆਪਾਂ ਨੂੰ ਲੋਕ ਹੱਥ ਬੰਨ੍ਹ ਕੇ ਨਮਸਕਾਰ ਕਰਦੇ ਆ, ਸਤਿ ਸ੍ਰੀ ਅਕਾਲ ਕਰਦੇ ਆ, ਇਹ ਗੁਰੂ ਦੀ ਵਡਿਆਈ ਹੈ। ਕਹੋ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾਮ ਨਾ ਜਾਣੈ ਮੇਰਾ, ਆਪਾਂ ਨੂੰ ਕੌਣ ਜਾਣਦਾ? ਇਹ ਗੁਰੂ ਦੀ ਕਿਰਪਾ। ਸੰਤੋਖ ਸਿੰਘ ਕਵੀ ਕਹਿੰਦੇ, ਮਹਾਰਾਜ ਤੇਰੀ ਦਇਆ ਕਰਕੇ ਹੀ ਸਾਨੂੰ ਆਦਰ ਸਤਿਕਾਰ ਮਿਲਦਾ ਹੈ। ਐਤੀ ਸਿਮਰਤ ਜਤ ਕਤ ਹਾਦਰ, ਨਮੋ ਨਮੋ ਸ਼੍ਰੀ ਤੇਗ ਬਹਾਦਰ। ਜੇ ਤੁਹਾਨੂੰ ਕੋਈ ਹਿਰਦੇ ਕਰਕੇ ਯਾਦ ਕਰਦਾ ਹੈ, ਤੁਸੀਂ ਤੁਰੰਤ ਹਾਜ਼ਰ ਹੁੰਦੇ ਹੋ, ਪਹੁੰਚਦੇ ਹੋ ਸਿੱਖ ਦੀ ਰੱਖਿਆ ਕਰਨ ਵਾਸਤੇ। ਜਿਸ ਵੇਲੇ ਗੁਰੂ ਤੇਗ ਬਹਾਦਰ ਦਿੱਲੀ ਦੀ ਜੇਲ੍ਹ ਵਿੱਚ ਹਨ, ਜਿਹੜੀ ਕਿ ਉਹ ਹਵੇਲੀ ਸੀਗੀ ਜਿੱਥੇ ਪਾਤਸ਼ਾਹ ਜੀ ਨੂੰ ਉਹਨਾਂ ਨੇ ਕੈਦ ਰੱਖਿਆ ਕੁਝ ਸਮਾਂ, ਤੇ ਇੱਧਰ ਦਿੱਲੀ ਦੀਆਂ ਸੰਗਤਾਂ ਚਾਂਦਨੀ ਚੌਂਕ ਦੇ ਬਾਜ਼ਾਰ ਦੇ ਵਿੱਚ ਗਲੀਆਂ ਵਿੱਚ ਰਹਿੰਦੀਆਂ ਸਿੱਖ ਰਹਿੰਦੇ ਆ। ਉਹ ਬੇਨਤੀ ਕਰਦੇ ਆ, ਪਾਤਸ਼ਾਹ ਕਦੇ ਘਰੇ ਚਰਨ ਪਾ ਕੇ ਲੰਗਰ ਹੀ ਛਕ ਜਾਓ। ਘਰੇ ਬੈਠੇ ਅਰਦਾਸ ਕਰਦੇ ਆ, ਤੇ ਜਿਹੜਾ ਅਰਦਾਸ ਕਰਦਾ ਹਿਰਦੇ ਕਰਕੇ, ਤੇ ਸਤਿਗੁਰੂ ਤੇਗ ਬਹਾਦਰ ਜੀ ਜੇਲ੍ਹ 'ਚੋਂ ਉਹਦੇ ਘਰੇ ਪ੍ਰਗਟ ਹੋ ਜਾਂਦੇ ਆ। ਜੇਲ੍ਹ ਦਾ ਲੋਕ ਲੱਗਿਆ ਰਹਿ ਜਾਂਦਾ ਹੈ, ਤੇ ਗੁਰੂ ਤੇਗ ਬਹਾਦਰ ਜੀ ਉਹ ਸਿੱਖ ਦੇ ਘਰੇ ਪਹੁੰਚ ਜਾਂਦੇ ਆ ਪ੍ਰਸ਼ਾਦਾ ਛਕਣ ਵਾਸਤੇ। ਕਈ ਵਾਰੀ ਮਲਾਣਿਆਂ ਕਾਜ਼ੀਆਂ ਨੇ ਵੇਖ ਲਿਆ ਇਸ ਤਰ੍ਹਾਂ,
ਵੀ ਯਾਰ ਗੁਰੂ ਸਾਹਿਬ ਨੂੰ, ਤੇਗ ਨੂੰ, ਬਹਾਦਰ ਜੀ ਨੂੰ ਕੈਦ ਕੀਤਾ ਹੋਇਆ ਹੈ, ਪਹਿਰੇਦਾਰ ਲਾਏ ਹੋਏ ਹੈ, ਤੇ ਇਹ ਚਾਂਦਨੀ ਚੌਂਕ ਦੇ ਵਿੱਚ ਬਾਜ਼ਾਰ ਦੇ ਵਿੱਚ ਸਿੱਖਾਂ ਦੇ ਘਰਾਂ 'ਚ ਪ੍ਰਸ਼ਾਦਾ ਛਕਦਾ ਫਿਰਦਾ। ਇਹਦੇ ਉੱਤੇ ਕੋਈ ਸਖਤਾਈ ਕਰਾਉਣੀ ਚਾਹੀਦੀ ਆ। ਉਹਨਾਂ ਨੇ ਔਰੰਗਜ਼ੇਬ ਨੂੰ ਜਾ ਕੇ ਸ਼ਿਕਾਇਤਾਂ ਕਰਨੀਆਂ, ਬਈ ਜਿੰਨਾ ਚਿਰ ਤੁਸੀਂ ਸਖਤੀ ਨਹੀਂ ਕਰਦੇ ਤੇਗ ਬਹਾਦਰ ਤੇ, ਉਹਨਾਂ ਚਿਰ ਉਹ ਕਿਵੇਂ ਆਪਣੀ ਗੱਲ ਮੰਨੂਗਾ, ਆਪਣੀ ਨਹੀਂ ਕਿਵੇਂ ਮੰਨੂਗਾ। ਕਹਿੰਦੇ ਕਿਉਂ? ਕਹਿੰਦੀ ਉਹ ਤਾਂ ਚਾਂਦਨੀ ਚੌਂਕ ਦੇ ਮਹੱਲੇ 'ਚ ਸਿੱਖਾਂ ਦੇ ਘਰੇ ਪ੍ਰਸ਼ਾਦਾ ਛਕਦੇ ਵੇਖਿਆ ਮੈਂ। ਤਾਂ ਗੁਰੂ ਪਿਆਰਿਓ, ਔਰੰਗਜ਼ੇਬ ਨੇ ਜੇਲਰ ਨੂੰ ਝਿੜਕਣਾ, ਬਈ ਤੂੰ ਨਿਗਾਹ ਕਿਉਂ ਨਹੀਂ ਰੱਖਦਾ ਬਈ, ਜਾਂ ਤੂੰ ਨਾਲ ਮਿਲ ਗਿਆ ਜਿੰਦਾ ਖੋਲ ਦਿੰਦਾ। ਕਹਿੰਦਾ ਨਹੀਂ ਮਹਾਰਾਜ, ਮੈਂ ਤਾਲਾ ਨਹੀਂ ਖੋਲਦਾਗਾ, ਨਾਲੇ ਗੁਰੂ ਨੂੰ ਕੋਈ ਕੈਦ ਕਰ ਨਹੀਂ ਸਕਦਾ, ਇਹ ਤਾਂ ਤੁਹਾਡੀ ਆਪਣੀ ਸੋਚ ਹੈ, ਉਹਨੂੰ ਕੋਈ ਬੰਨ੍ਹ ਕੇ ਰੱਖ ਨਹੀਂ ਸਕਦਾਗਾ। ਕਹਿੰਦਾ ਨਹੀਂ ਨਹੀਂ, ਪਹਿਰਾ ਦੇ ਸਖਤਾਈ ਨਾਲ, ਉਹਨਾਂ ਨੂੰ ਬਾਹਰ ਨਹੀਂ ਜਾਣ ਦੇਣਾ। ਕਹਿਣ ਲੱਗਿਆ ਜੀ ਠੀਕ ਆ। ਹੋਰ ਪਹਿਰਾ ਸਖਤ ਕਰਤਾ, 2 ਬੰਦੇ ਲਾਤੇ, ਵਾਰੀ ਵਾਰੀ ਘੰਟਾ ਘੰਟਾ 2-2 ਘੰਟੇ ਆਰਾਮ ਕਰਦੇ ਆ, ਦੂਜਾ ਪਹਿਰਾ ਦਿੰਦਾ, ਪਰ ਫਿਰ ਵੀ ਪਾਤਸ਼ਾਹ ਚਲੇ ਜਾਂਦੇ ਆ। ਇੱਕ ਦਿਨ ਤਾਂ ਕਾਜੀ ਗੁਰੂ ਪਿਆਰੋ ਸਤਿਗੁਰਾਂ ਨੂੰ ਕਿਸੇ ਦੇ ਘਰ ਬੈਠਾ ਦੇਖ ਕੇ ਭੱਜਿਆ ਭੱਜਿਆ ਔਰੰਗੇ ਕੋਲੇ ਗਿਆ। ਕਹਿੰਦਾ ਮੈਂ ਹੁਣੇ ਵੇਖ ਕੇ ਆਇਆ, ਚਲੋ ਮੈਂ ਤੁਹਾਨੂੰ ਹੁਣੇ ਵਿਖਾਉਣਾ ਕਿ ਉਹਨਾਂ ਦੇ ਘਰ ਬੈਠੇ ਆ। ਕਹਿੰਦੇ ਚਲੋ, 2 ਬੰਦੇ ਭਜਾਏ ਉੱਥੋਂ ਇੱਕਦਮ ਇਕੱਠੇ, ਇੱਕ ਜੇਲ੍ਹ ਨੂੰ ਭੇਜਿਆ ਤੇ ਇੱਕ ਉਹ ਸਿੱਖਾਂ ਦੇ ਘਰ ਚਾਂਦਨੀ ਚੌਂਕ ਬਾਜ਼ਾਰ 'ਚ ਮਹੱਲੇ 'ਚ। ਜਿਹੜਾ ਚਾਂਦਨੀ ਚੌਕ ਮਹੱਲੇ 'ਚ ਗਿਆ ਉਹ ਆ ਕੇ ਰਿਪੋਰਟ ਦਿੰਦਾ ਵੀ ਹਾਂ ਗੁਰੂ ਤੇਗ ਬਹਾਦਰ ਜੀ ਉੱਥੇ ਬੈਠੇ ਆ, ਤੇ ਦੂਜਾ ਕਹਿੰਦਾ ਨਹੀਂ ਮੈਂ ਪਿੰਜਰੇ 'ਚ ਵੇਖ ਕੇ ਆਇਆ, ਮੈਂ ਜੇਲ੍ਹ 'ਚ ਬੈਠੇ ਦੇਖ ਕੇ ਆਇਆ। ਕੋਈ ਸਤਨਾਮ। ਦੋਨੇ ਪਾਸੇ ਉਹਨਾਂ ਨੂੰ ਦਿਖਾਈ ਦਿੱਤਾ, ਉਹਨੂੰ ਤਾਂ ਉੱਥੇ ਬੈਠੇ ਦਿਖੇ ਤੇ ਉਹਨੂੰ ਜੇਲ੍ਹ 'ਚ ਬੈਠੇ ਦਿਖੇ। ਹੁਣ ਦੋਨਾਂ ਦੀ ਗੱਲ ਸੁਣ ਕੇ ਔਰੰਗਜ਼ੇਬ ਹੈਰਾਨ ਹੋ ਗਿਆ, ਪਰ ਫਿਰ ਸਖਤਾਈ ਕਰਨ ਦੀ ਗੱਲ ਕਰਦਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੇ, ਹੀਏ ਤੇ ਸਿਮਰਤ ਜਤ ਕਤ ਹਾਦਰ, ਜਦੋਂ ਕੋਈ ਤੁਹਾਨੂੰ ਯਾਦ ਕਰਦਾ ਪਿਆਰ ਕਰਕੇ, ਤੁਸੀਂ ਤੁਰੰਤ ਹਾਜ਼ਰ ਹੁੰਦੇ ਹੋ। ਨਮੋ ਨਮੋ ਸ਼੍ਰੀ ਤੇਗ ਬਹਾਦਰ। ਹੀ ਸਤਿਗੁਰੂ ਤੇਗ ਬਹਾਦਰ ਜੀ, ਮੈਂ ਆਪ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਦਾ ਹਾਂ, ਨਮਸਕਾਰ ਕਰਦਾ ਹਾਂ, ਨਮਸਕਾਰ ਕਰਦਾ ਹਾਂ। ਤਾਂ ਫਿਰ ਗੁਰੂ ਪਿਆਰਿਓ, ਉਹ ਜੇਲਰ ਨੇ ਗੁਰੂ ਤੇਗ ਬਹਾਦਰ ਜੀ ਨੂੰ ਬੇਨਤੀ ਕੀਤੀ, ਕਹਿੰਦਾ ਜੀ ਮੇਰੇ ਜਵਾਕਾਂ ਦਾ ਖਿਆਲ ਕਰ ਲਓ, ਤੁਹਾਡੇ ਪਿੱਛੇ ਮੈਨੂੰ ਮਾਰ ਦੂਗਾ ਔਰੰਗਜ਼ੇਬ, ਮੇਰੇ ਬੱਚਿਆਂ ਨੂੰ ਮਾਰ ਦੂਗਾ, ਤੁਸੀਂ ਆਏ ਨਾ ਜਾਇਆ ਕਰੋ। ਕਹਿੰਦੇ ਚੱਲ ਨਹੀਂ ਜਾਂਦੇ, ਕਿਉਂਕਿ ਉਹਨੇ ਵੀ ਬੇਨਤੀ ਕੀਤੀ ਆ, ਸਿੱਖ ਵੀ, ਇਹ ਤਾਂ ਸਾਰਿਆਂ ਦਾ ਕਹੋ ਸਤਨਾਮ। ਕਹਿੰਦੇ ਚੱਲ ਨਹੀਂ ਜਾਂਦੇ, ਫਿਰ ਜੇ ਤੇਰੇ ਬੱਚਿਆਂ ਦਾ ਫਿਕਰ ਹੈ ਤਾਂ। ਤੂੰ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਧਰਮ ਦੀ ਚਾਦਰ ਬਣੇ, ਧਰਮ ਨੂੰ ਬਚਾਉਣ ਵਾਸਤੇ ਆਪਣਾ ਬਲੀਦਾਨ। ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਰਬੰਸ ਹੀ ਲਾ ਦਿੱਤਾ। ਪਹਿਲਾਂ ਪਿਤਾ ਦਾ ਬਲੀਦਾਨ ਹੋਇਆ, ਫਿਰ 4 ਸਾਹਿਬਜ਼ਾਦੇ ਸ਼ਹੀਦੀਆਂ ਹੋਈਆਂ। ਮਾਤਾ ਗੁਜਰ ਕੌਰ ਜੀ ਵੀ ਇਸੇ ਹੀ ਲੈਣ ਦੇ ਵਿੱਚ ਸ਼ਹੀਦੀ ਪਾਉਂਦੇ ਆ, ਸਰੀਰ ਤਿਆਗਦੇ ਆ, ਤੇ ਖੁਦ ਵੀ ਪਾਤਸ਼ਾਹ ਨੇ ਆਪਣਾ ਸਰੀਰ ਪੰਥ ਬਸੇ ਮੈਂ ਉਜੜਾ ਮਨ ਚਾਓ ਘਨੇਰਾ ਦੇ ਮਹਾਵਾਕ ਅਨੁਸਾਰ ਸਭ ਕੁਝ ਲਾ ਕੇ ਸਾਨੂੰ ਇਸ ਫੁਲਵਾੜੀ ਨੂੰ ਖਿੜੀ ਰੱਖਣ ਵਾਸਤੇ ਆਪਣੇ ਬੱਚਿਆਂ ਤੱਕ ਦਾ, ਸਾਹਿਬਜ਼ਾਦਿਆਂ ਦਾ ਖੂਨ ਵੀ ਇਸ ਬਾੜੀ ਦੀਆਂ ਜੜ੍ਹਾਂ 'ਚ ਪਾਇਆ। ਕਿਵੇਂ ਕਹਿੰਦੇ ਆ ਭਾਈ ਸੰਤੋਖ ਸਿੰਘ ਕਵੀ ਗੁਰੂ ਗੋਬਿੰਦ ਸਿੰਘ ਜੀ ਬਾਰੇ, ਸਵਈਆ ਬਾਰੀ ਰਚੀ ਜਸ ਉਜਲ ਬਿਕਸੇ, ਜਿਵੇਂ ਫੁੱਲ ਸਦਾ ਸੁਖ ਬਾਰੀ। ਜਿਵੇਂ ਕੋਈ ਮਾਲੀ ਫੁੱਲਾਂ ਦੀ ਬਾੜੀ ਨੂੰ ਰਚਦਾ ਹੈ, ਉਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਫੁੱਲ ਬੀਜਦਾ ਹੈ ਔਰ ਉਸ ਨੂੰ ਸੰਭਾਲਦਾ ਹੈ, ਇਸੇ ਤਰ੍ਹਾਂ ਇਹ ਖਾਲਸਾ ਪੰਥ ਰੂਪੀ ਗੁਰੂ ਗੋਬਿੰਦ ਸਿੰਘ ਜੀ ਦੀ ਬਾੜੀ ਆ। ਕਹੋ ਸਤਨਾਮ। ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਇਹ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਬਾੜੀ ਹੈ, ਜੋ ਸੁੱਖ ਦੇਣ ਵਾਲੀ ਹੈ। ਇਸ ਬਗੀਚੀ ਦੇ ਵਿੱਚ ਜਿਹੜਾ ਸਿੱਖ ਹੈ, ਇਹ ਉਹਦੇ ਫੁੱਲ ਹਨ। ਬਾਰੀਏ ਬਾਰੀ ਰਟੇ ਜਿਵ ਨਾਮ ਉਦਾਰਤ ਹੈ, ਜਗ ਜੇ ਨਿਪ ਬਾਰੀ। ਹੁਣ ਅਗਲੀ ਬਾਰੀ ਦਾ ਅਰਥ ਹੈ ਵਾਰ-ਵਾਰ, ਸਾਥ ਸਾਥ ਸਿਮਰੋ ਗੋਬਿੰਦ ਲਗਾਤਾਰ ਬਾਰ-ਬਾਰ। ਜਿਹੜਾ ਬਾਰੀ ਬਾਰੀ ਰਟੇ ਜਿਸ ਨਾਮ, ਜਿਹੜਾ ਵਾਰ-ਵਾਰ ਤੇਰਾ ਨਾਮ ਲੈਂਦਾ, ਧੰਨ ਗੁਰੂ ਗੋਬਿੰਦ ਸਿੰਘ ਉਦਾਰਤ ਹੈ ਜਾ ਕੇ ਨਿਪ ਬਾਰੀ। ਤੂੰ ਸੰਸਾਰ ਦੇ ਸਮੁੰਦਰ ਵਿੱਚੋਂ ਸਾਗਰ ਤੋਂ ਪਾਰ ਹੋ ਜਾਈਦਾ ਹੈ। हे ਸਤਿਗੁਰੂ, ਜਿਹੜਾ ਤੇਰਾ ਨਾਮ ਜਪਦਾ ਹੈ। ਬਾਰੀ ਗੁਰੂ ਪਰ ਪੰਥ ਸ਼ੁਰੂ ਕੈ, ਉਹ ਸ਼ਰਨੀ ਕਰੀਏ ਨਾ ਅਬਾਰੀ। ਆਓ ਮੈਂ ਬਲਿਹਾਰੇ ਜਾਵਾਂ, ਇੱਥੇ ਬਾਰੀ ਦਾ ਅਰਥ ਹੈ ਬਲਿਹਾਰੇ ਜਾਣਾ। ਮੈਂ ਐਸੇ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਰੀ ਜਾਂਦਾ, ਭਾਵ ਬਲਿਹਾਰੇ ਜਾਂਦਾ ਹਾਂ, ਜਿਹਨੇ ਐਸਾ ਪੰਥ ਖਾਲਸਾ ਪੰਥ ਤੇ ਫੁਲਵਾੜੀ ਰਚੀ। ਆਪਾਂ ਗੁਰੂ ਗੋਬਿੰਦ ਸਿੰਘ ਦੇ ਫੁੱਲ ਹਾਂ। ਕਹੋ ਸਤਨਾਮ।
ਆਪਾਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ। ਸੁਖੀ ਵਸੈ ਮੋਰ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੈਂ ਬਲਿਹਾਰੇ ਜਾਵਾਂ ਗੁਰੂ ਤੋਂ, ਜੀਨੇ ਪੰਥ ਰਚਿਆ। ਪਹਿਛਾਨੀ ਕਰੀਏ ਨਾ ਅਬਾਰੀ, ਅਗਲੀ ਅਬਾਰੀ ਦਾ ਅਰਥ ਹੈ ਦੇਰ ਨਾ ਲਾਓ, ਛੇਤੀ ਗੁਰੂ ਵਾਲੇ ਬਣ ਜਾਓ, ਕਿਉਂਕਿ ਪਤਾ ਨਹੀਂ ਕਿਹੜਾ ਸਵਾਸ ਆਖਰੀ ਹੋਵੇ। ਕਹੋ ਸਤਨਾਮ। ਪਤਾ ਨਹੀਂ ਕਿਹੜਾ ਸਵਾਸ ਆਖਰੀ ਹੋਵੇ। ਪਾਓ ਸ਼ਰਨੀ, ਜਲਦੀ ਚਾਨੀ ਲੱਗ ਜਾਓ। ਸੰਤੋਖ ਸਿੰਘ ਸਾਨੂੰ ਸਲਾਹ ਦਿੰਦਾ, ਕਰੀਏ ਨਾ ਅਬਾਰੀ, ਹੁਣ ਦੇਰ ਨਾ ਲਾਓ। ਵਾਰੀ ਬਚਨ ਹਰਿ ਮਲ ਪਾਪਨਾ, ਸੁਰਤ ਸਿੱਖ ਸਦਾ ਪਰਵਾਰੀ। ਇੱਥੇ ਬਾਰੀ ਦਾ ਅਰਥ ਹੈ ਪਾਣੀ। ਜਿਵੇਂ ਪਾਣੀ ਸਾਡੇ ਸਰੀਰ ਦੀ ਮੈਲ ਲਾਉਂਦਾ ਹੈ, ਗੁਰੂ ਦੇ ਬਚਨ ਸਾਡੇ ਪਾਪਾਂ ਦੀ, ਆਤਮਾ ਦੀ ਮੈਲ ਨੂੰ ਲਾ ਕੇ ਸ਼ੁੱਧ ਕਰਨ ਵਾਸਤੇ ਇਹ ਗੁਰੂ ਪਿਆਰਿਓ ਸਤਿਗੁਰਾਂ ਦੀ ਚਲਾਈ ਹੋਈ ਉਹ ਗੰਗਾ ਹੈ। ਉਹ ਗੰਗਾ ਤਾਂ ਕਿਤੇ ਕਿਤੇ ਚੱਲਦੀ ਹੈ, ਜਿੱਥੇ ਉਹ ਵਗਦੀ ਆ ਉੱਥੇ ਉੱਥੇ ਵਗਦੀ ਆ, ਪਰ ਇਹ ਗਿਆਨ ਦੀ ਗੰਗਾ ਤਾਂ ਆਲ ਵਰਲਡ ਵਿੱਚ ਹੀ ਫੈਲ ਗਈ ਆ। ਕੋਈ ਸਤਨਾਮ। ਇੱਕ ਉਹ ਬਾਰੀ ਆ, ਇੱਕ ਉਹ ਪਾਣੀ ਆ ਗੰਗਾ ਦਾ, ਉਹ ਕੇਵਲ ਨਦੀ ਵਿੱਚ ਚੱਲਦਾ ਹੈ। ਇੱਕ ਆਹ ਬਾਰੀ ਹੈ, ਇੱਕ ਇਹ ਨਦੀ ਹੈ, ਭਗਤੀ ਦੀ ਗੰਗਾ। ਕਹਿਣ ਲੱਗੇ ਸਾਡੇ ਪਾਪਾਂ ਨੂੰ ਪਾਰ ਕਰਨ ਵਾਲੀ, ਸ਼੍ਰੇਤ ਸਿੱਖ, ਸਿੱਖਾਂ ਦੀ ਮੁਕਤੀ ਕਰਨ ਵਾਲੀ, ਸਦਾ ਪਰਵਾਰੀ। ਮੈਂ ਇਸ ਤੋਂ ਸਦਾ ਬਲਿਹਾਰੇ ਜਾਂਦਾ ਹਾਂ, ਬਾਰ-ਬਾਰ ਬਲਿਹਾਰੇ ਜਾਂਦਾ ਹਾਂ। ਇਉਂ ਭਾਈ ਸਾਹਿਬ ਜੀ ਦਸਾਂ ਗੁਰੂਆਂ ਦੀ ਸਿਫਤ ਕਰਦੇ ਹੋਏ ਫਿਰ ਅੱਗੇ ਹੋਰ ਵੀ ਥੋੜੀ ਸਿਫਤ ਹੈ ਜੋ ਆਪਾਂ ਕੱਲ ਨੂੰ ਸੰਪੂਰਨ ਕਰਾਂਗੇ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਕੱਲ ਦੇ ਦੀਵਾਨਾਂ ਵਿੱਚ ਇਸ ਕਥਾ ਦੀ ਸੰਪੂਰਨਤਾ ਦੀ ਅਰਦਾਸ ਬੇਨਤੀ ਹੋਣੀ ਆ, ਤੇ ਅਰਦਾਸ ਬੇਨਤੀ ਤੋਂ ਬਾਅਦ ਨਵੇਂ ਸਿਰੋਂ ਫਿਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਕਥਾ ਆਰੰਭ ਹੋ ਜਾਣੀ ਆ। ਸੋ 5 ਤੋਂ 6 ਤੱਕ ਦਾ ਆਪਾਂ ਸਮਾਗਮ ਰਚਿਆ ਹੈ। ਸਾਰੀਆਂ ਸੰਗਤਾਂ ਨੇ ਪਹੁੰਚਣਾ ਹੈ ਕੱਲ ਨੂੰ ਸਮੇਂ ਸਿਰ। ਕੱਲ ਨੂੰ ਕਥਾ 5 ਵਜੇ ਸ਼ੁਰੂ ਹੋਣੀ ਆ, ਔਰ 5 ਵਜੇ ਕਥਾ ਸ਼ੁਰੂ ਕਰਕੇ ਇੱਥੇ ਮਹਾਂਪੁਰਸ਼ ਆਉਣਗੇ, ਉਹ ਅਰਦਾਸ ਬੇਨਤੀ ਜੋਦੜੀ ਕਰਨਗੇ, ਔਰ ਇਸੇ ਤਰ੍ਹਾਂ ਇਹ ਕਥਾ ਦੁਬਾਰਾ ਫਿਰ ਆਪਾਂ ਆਰੰਭ ਕਰਕੇ ਇਸੇ ਤਰ੍ਹਾਂ ਜਿੰਨਾ ਚਿਰ ਗੁਰੂ ਸਾਹਿਬ ਕਿਰਪਾ ਕਰਨਗੇ ਆਨੰਦ ਲੈਂਦੇ ਰਹਾਂਗੇ। ਹੁਣ ਵਿਚਾਰਾਂ ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ, ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी, अविनाश हे पूरन हे सर्व मैं, जन गुणतास हे संगी हे निरंकार, हे निर्गुण सब टेक, हे गोविंद हे गुण निदान, सदा विवेक, हे अपरंपर हर हरे, हो बनहार, हे संत कै सदा संग, आधार, हे ठाकुर हों दासरो, निर्गुण गुण नहीं कोई, नानक दीजै नाम दान, परोए आए प्रभ शरणागति, नित दयाल, एक अखर हर मन बसत, एक ओंकार सतगुरु, प्रसाद सच हुए। वाहिगुरु जी की फतेह है, विनाशन सोए। वाहिगुरु जी की फतेह है, विनाशन सोए। वाहिगुरु जी का खालसा, वाहिगुरु जी की फतेह।